Article 153 of Indian Constitution declares that there shall be a governor for each state. हर राज ਦਾ ਇੱਕ ਗਵਰਨਰ ਹੋਵੇਗਾ। ਬਟ 7th ਅਮੈਂਡਮੈਂਟ 1956 ਦੇ ਵਿੱਚ ਪ੍ਰੋਵੀਜ਼ਨ ਥੋੜੀ ਜਿਹੀ ਚੇਂਜ ਕੀਤੀ ਗਈ ਤੇ ਕਿਹਾ ਗਿਆ ਕਿ ਇੱਕ ਰਾਜ ਦੇ ਗਵਰਨਰ ਨੂੰ ਇੱਕ ਤੋਂ ਵੱਧ ਸਟੇਟਸ ਦਾ ਚਾਰਜ ਵੀ ਦਿੱਤਾ ਜਾ ਸਕਦਾ ਹੈ। ਸੋ ਦਿਸ ਇਜ਼ ਸੈਟਲਡ ਨਾਓ ਕਿ ਇੱਕ ਰਾਜ ਦੇ ਗਵਰਨਰ ਨੂੰ ਇੱਕ ਤੋਂ ਵੱਧ ਸਟੇਟ ਦਾ ਚਾਰਜ ਦਿੱਤਾ ਜਾ ਸਕਦਾ ਹੈ। ਵਾਟ ਇਜ਼ ਦ ਕੁਆਲੀਫਿਕੇਸ਼ਨ ਟੂ ਬੀ ਅਪਾਇੰਟਡ ਐਜ਼ ਗਵਰਨਰ? ਜੇ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਸਿਰਫ ਸਿਟੀਜ਼ਨ ਆਫ ਇੰਡੀਆ ਤੇ 35 ਸਾਲ ਦੀ ਮਿਨੀਮਮ ਏਜ, ਸਿਰਫ ਇਹ ਦੋ ਕੁਆਲੀਫਿਕੇਸ਼ਨ ਤੇ ਕਿਸੇ ਵੀ ਵਿਅਕਤੀ ਨੂੰ ਜਿਹੜਾ ਕਿ ਸਿਟੀਜ਼ਨ ਆਫ ਇੰਡੀਆ ਹੈ ਤੇ 35 ਸਾਲ ਤੋਂ ਵੱਧ ਉਮਰ ਦਾ ਹੈ ਉਹਨੂੰ ਕਿਸੇ ਰਾਜ ਦੇ ਵਿੱਚ ਗਵਰਨਰ ਅਪਾਇੰਟ ਕੀਤਾ ਜਾ ਸਕਦਾ ਹੈ। ਹੁਣ ਆਪਾਂ ਕਈ ਵਾਰੀ ਕੰਪੇਅਰ ਕਰਨਾ ਹੈ ਗਵਰਨਰ ਦੀ ਪੋਜੀਸ਼ਨ ਨੂੰ ਪ੍ਰੈਜ਼ੀਡੈਂਟ ਨਾਲ। ਯਾਦ ਰੱਖੀਏ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਇਲੈਕਟਿਡ ऑफिशियल है, इलेक्टेड अथॉरिटी है, बट गवर्नर इलेक्टेड नहीं है, अपॉइंटेड अथॉरिटी है एंड अपॉइंटेड बाय द प्रेजिडेंट। सो ਆਪਾਂ ਨੂੰ ਇੱਥੇ ਪਤਾ ਹੈ ਕਿ ਇਹ ਪ੍ਰੈਜ਼ੀਡੈਂਟ ਦੀ ਡਿਸਕ੍ਰਿਸ਼ਨਰੀ ਪਾਵਰ ਨਹੀਂ ਹੈ। ਕਾਉਂਸਲ ਆਫ ਮਿਨਿਸਟਰ ਜਿਹਨੂੰ ਕਹਿਣਗੇ ਉਸ ਵਿਅਕਤੀ ਨੂੰ ਪ੍ਰੈਜ਼ੀਡੈਂਟ ਸਾਹਿਬ ਸਟੇਟ ਦੇ ਵਿੱਚ ਗਵਰਨਰ ਲਾ ਦੇਣਗੇ। ਸੋ ਸਿਲੈਕਟਡ ਬੰਦਾ ਹੈ। ਨਾਓ ਟਰਮ ਇਜ਼ 5 ईयर as per constitution, but नाल ही constitution कहा गया है that subject to the pleasure of president. Now this theory is often criticized that pleasure of president ਦਾ ਮਤਲਬ ਇਹ ਹੈ ਕਿ ਜਦੋਂ ਤੱਕ ਕਿਸੇ ਵੀ ਗਵਰਨਰ ਦੇ ਕੰਮ ਤੋਂ ਪ੍ਰੈਜ਼ੀਡੈਂਟ ਸਾਹਿਬ ਖੁਸ਼ ਨੇ ਤਾਂ ਉਦੋਂ ਤੱਕ ਉਹ ਵਿਅਕਤੀ ਪੋਸਟ ਤੇ ਰਹੂਗਾ। ਜੇ ਪ੍ਰੈਜ਼ੀਡੈਂਟ ਸਾਹਿਬ ਗਵਰਨਰ ਦੇ ਕੰਮ ਤੋਂ ਖੁਸ਼ ਨਹੀਂ ਹੈ ਤਾਂ ਫਿਰ ਕੋਈ ਵੱਡਾ ਪ੍ਰੋਸੀਜਰ ਜਾਂ ਰੈਜ਼ੋਲੂਸ਼ਨ ਫੋਲੋ ਨਾ ਕਰਕੇ, ਕੋਈ ਰੀਜ਼ਨ ਨਾ ਦੱਸ ਕੇ ਸਿਰਫ ਇੱਕ ਆਰਡਰ ਰਾਹੀਂ ਗਵਰਨਰ ਨੂੰ ਉਹਦੀ ਪੋਸਟ ਤੋਂ ਹਟਾਇਆ ਜਾ ਸਕਦਾ ਹੈ ਜਾਂ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਸੋ ਦ ਥਿੰਗ ਇਜ਼ ਦਿਸ ਕਿ ਜਿਹੜਾ ਗਵਰਨਰ ਹੈ ਇਹ ਬੇਸਿਕਲੀ ਸੈਂਟਰ ਸਰਕਾਰ ਦਾ ਚੁਣਿਆ ਹੋਇਆ ਬੰਦਾ ਤੇ ਨਾਲ ਹੀ ਸੈਂਟਰ ਸਰਕਾਰ ਦੇ ਹੀ ਰਹਿਮੋ ਕਰਮ ਤੇ, ਜਿਵੇਂ ਸ਼ਬਦ ਯੂਜ਼ ਕਰ ਸਕਾਂ ਗਵਰਨਰ ਬਾਰੇ, ਉਹ ਪੋਸਟ ਤੇ ਰਹੂਗਾ। ਕਿਉਂਕਿ pleasure of president भी is not a personal satisfaction of president, rather it is the pleasure of council of minister। तो पोस्ट ਤੇ ਰਹਿਣ ਵਾਸਤੇ ਵੀ ਸੈਂਟਰ ਸਰਕਾਰ ਦਾ ਰਹਿਮੋ ਕਰਮ ਜ਼ਰੂਰੀ ਹੈ। ਤਾਂ ਹੀ ਆਪਾਂ ਜਦੋਂ ਅੱਗੇ ਗੱਲ ਕਰਾਂਗੇ ਕੁਝ ਕੰਟਰੋਵਰਸੀਜ਼ ਹੋ ਰਹੀਆਂ ਨੇ, ਪੰਜਾਬ 'ਚ ਵੀ ਹੋ ਰਹੀਆਂ ਨੇ, ਸੋ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਗਵਰਨਰ ਸੈਂਟਰ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ ਵੱਲ ਟਿਲਟਡ ਰਹਿੰਦਾ ਜਾਂ ਫਿਰ ਸੈਂਟਰ ਸਰਕਾਰ ਦੇ ਕਹੇ ਤੇ ਕੰਮ ਕਰਦਾਗਾ। ਇਹਦੀ ਵਜ੍ਹਾ ਇਹੀ ਹੈ ਕਿਉਂਕਿ ਸੈਂਟਰ ਸਰਕਾਰ ਹੀ ਤਾਂ ਅਪਾਇੰਟ ਕਰ ਰਹੀ ਹੈ ਤੇ ਉਹੀ ਹਟਾ ਸਕਦੀ ਹੈ, ਤਾਂ ਕਿਤੇ ਨਾ ਕਿਤੇ ਇੱਕ ਲੌਜੀਕਲ ਕਨੈਕਸ਼ਨ ਸੈਂਟਰ ਨਾਲ ਵੱਧ ਪੈਂਦਾ। ਨੈਕਸਟ, ਕੀ ਇਸ ਤੋਂ ਇਲਾਵਾ ਕੋਈ ਹੋਰ ਕੁਆਲੀਫਿਕੇਸ਼ਨ ਵੀ ਫੋਲੋ ਕੀਤੀ ਜਾ ਰਹੀ ਹੈ? ਕਨਸਟੀਟਿਊਸ਼ਨ ਦੇ ਵਿੱਚ ਕੁਝ ਨਹੀਂ, ਬਟ 1987 ਦੇ ਵਿੱਚ ਸੈਂਟਰ ਸਟੇਟ ਰਿਲੇਸ਼ਨ ਦੇ ਵਿੱਚ ਜਾਂਚ ਪੜਤਾਲ ਕਰਨ ਲਈ ਕਿ ਕਿੱਦਾਂ ਇਹ ਰਿਲੇਸ਼ਨ ਵਧੀਆ ਚੱਲੇ ਇੱਕ ਸਰਕਾਰੀਆ ਕਮਿਸ਼ਨ ਬਣਾਇਆ ਗਿਆ ਸੀਗਾ। ਸਰਕਾਰੀਆ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਗਵਰਨਰ ਵਾਸਤੇ ਦੋ ਇੰਪੋਰਟੈਂਟ ਸੁਜੈਸ਼ਨ ਸੀਗੇ। ਕਹਿੰਦੇ ਜਦੋਂ ਗਵਰਨਰ ਲਾਇਆ ਜਾਵੇ ਕਿਸੇ ਸਟੇਟ ਦੇ ਵਿੱਚ ਅਪਾਇੰਟ ਕੀਤਾ ਜਾਵੇ ਤਾਂ ਇੱਕ ਤਾਂ ਹੀ ਮਸਟ ਬੀ ਐਨ ਆਊਟਸਾਈਡਰ ਤੇ ਦੂਜਾ ਕੰਸਲਟ ਵਿਦ ਦਾ ਸੀਐਮ ਆਫ ਦਾ ਸਟੇਟ। ਤਾਂ ਇੱਕ ਤਾਂ ਇਹ ਕਿ ਜਿਸ ਰਾਜ ਦੇ ਵਿੱਚ ਗਵਰਨਰ ਲਾ ਰਹੇ ਹੋ ਗਵਰਨਰ ਜਿਹੜਾ ਬੰਦਾ ਉਸ ਰਾਜ ਦਾ ਰਹਿਣ ਵਾਲਾ ਨਾ ਹੋਵੇ ਤੇ ਨਾਲ ਹੀ ਜਦੋਂ ਅਪਾਇੰਟਮੈਂਟ ਕੀਤੀ ਜਾਵੇ ਤਾਂ ਸੀਐਮ ਨਾਲ ਕੰਸਲਟ ਕੀਤਾ ਜਾਵੇ। ਸੈਂਟਰ ਸਰਕਾਰ ਸੀਐਮ ਨਾਲ ਕੰਸਲਟ ਕਰੂਗੀ ਉਸ ਸਟੇਟ ਦੇ ਵਿੱਚ। ਬਟ ਇੱਕ ਤਾਂ ਇਹ ਯਾਦ ਰੱਖਣਾ ਕਿ ਇਹ ਜਿਹੜਾ ਕੰਸਲਟੇਸ਼ਨ ਵਿਦ ਸੀਐਮ ਹੈ ਬਾਈਂਡਿੰਗ ਨਹੀਂ ਹੈ, ਸਿਰਫ ਸਲਾਹ ਮਸ਼ਵਰਾ ਕਰਨਾ ਹੈ। ਬਟ ਜਿਹੜਾ ਗਵਰਨਰ ਲਾਊਗੀ ਉਹ ਸੈਂਟਰ ਸਰਕਾਰ ਆਪਦੀ ਮਰਜ਼ੀ ਦਾ ਹੀ ਲਾਊਗੀ ਤੇ ਦੂਜਾ ਆਊਟਸਾਈਡਰ ਇਹ ਫੋਲੋ ਹੁੰਦਾ। ਦੋਨੋਂ ਹੀ ਚੀਜ਼ਾਂ ਫੋਲੋ ਹੁੰਦੀਆਂ ਨੇ, ਬਟ ਇਹ ਸਿਰਫ ਪ੍ਰੈਕਟਿਸ ਹੈ, ਕਨਵੈਨਸ਼ਨ ਹੈ, ਇਹ ਲਾਅ ਨਹੀਂ ਹੈ, ਇਹਨੂੰ ਕਦੇ ਵੀ ਬ੍ਰੇਕ ਕੀਤਾ ਜਾ ਸਕਦਾਗਾ। ਦੈਨ ਪਾਵਰਸ ਐਂਡ ਫੰਕਸ਼ਨਸ ਆਫ ਦ ਗਵਰਨਰ। ਪਾਵਰਸ ਐਂਡ ਫੰਕਸ਼ਨਸ ਦੇ ਵਿੱਚ ਜਿੱਦਾਂ ਆਪਾਂ ਪ੍ਰੈਜ਼ੀਡੈਂਟ ਦੀ ਪਾਵਰਸ ਐਂਡ ਫੰਕਸ਼ਨ ਅੱਡ ਹੈੱਡ ਦੇ ਹੇਠਾਂ ਪੜੀਆਂ ਸੀਗੀਆਂ ਕਿ ਐਡਮਿਨਿਸਟ੍ਰੇਟਿਵ ਪਾਵਰ ਕੀ ਨੇ, ਲੈਜਿਸਲੇਟਿਵ ਕੀ ਨੇ, ਫਾਈਨੈਂਸ਼ੀਅਲ ਕੀ ਨੇ ਜਾਂ ਜੁਡੀਸ਼ੀਅਲ ਪਾਵਰ ਕੀ ਨੇ, ਉਸੇ ਤਰ੍ਹਾਂ ਤੇ ਆਪਾਂ ਗਵਰਨਰ ਨੂੰ ਚੈੱਕ ਕਰਦੇ ਹਾਂ। ਸਭ ਤੋਂ ਪਹਿਲਾਂ ਐਗਜ਼ੀਕਿਊਟਿਵ ਫੰਕਸ਼ਨਸ ਤੇ ਆਰਟੀਕਲ 154 ਮੈਂਸ਼ਨਸ ਦੈਟ ਐਗਜ਼ੀਕਿਊਟਿਵ ਪਾਵਰ ਆਫ ਦ ਸਟੇਟ ਇਜ਼ ਵੈਸਟਡ ਇਨ ਦ ਗਵਰਨਰ। ਮਤਲਬ ਕਿ ਰਾਜ ਸਰਕਾਰ ਦੀਆਂ ਜੋ ਵੀ ਐਗਜ਼ੀਕਿਊਟਿਵ ਆਰਡਰਸ ਨੇ ਉਹ ਸਾਰੇ ਗਵਰਨਰ ਆਫਿਸ ਤੋਂ ਹੀ ਸੰਚਾਲਿਤ ਕੀਤੇ ਜਾ ਰਹੇ ਨੇ, ਉੱਥੋਂ ਹੀ ਪਾਸ ਕੀਤੇ ਜਾ ਰਹੇ ਨੇ। ਨਾਲ ਹੀ that all executive actions ਜਿੰਨੇ ਵੀ ਗਵਰਨਮੈਂਟ ਦੇ ਹੋਣਗੇ ਇਹ ਸਾਰੇ ਦੇ ਸਾਰੇ ਫਾਰਮਲੀ ਉਹਦੇ ਨਾਂ ਤੇ ਹੀ ਲੈਣੇ ਨੇ। ਤਾਂ ਹੀ ਆਪਾਂ ਦੇਖਦੇ ਹਾਂ ਕਿ ਗਵਰਨਰ ਸਾਹਿਬ ਹੀ ਸਾਰੀ ਅਪਾਇੰਟਮੈਂਟਸ ਵਗੈਰਾ ਤੇ ਸਿਗਨੇਚਰ ਕਰਦੇ ਨੇ। ਨਾਲ ਹੀ he also appoints the CM and other ministers ਤੇ ਜਿਹੜੇ ਮਿਨਿਸਟਰ ਨੇ ਇਹ ਡਿਊਰਿੰਗ ਦ ਪਲੇਜਰ ਆਫ ਦ ਗਵਰਨਰ ਹੀ ਆਪਦੇ ਪੋਸਟ ਤੇ ਕੰਮ ਕਰਦੇ ਨੇ। ਬਟ ਇਹਦੇ ਵਿੱਚ
ਗਵਰਨਰ ਦੀ ਡਿਸਕ੍ਰਿਸ਼ਨ ਕੋਈ ਨਹੀਂ ਹੈ। ਆਪਾਂ ਜਾਣਦੇ ਹਾਂ ਸੀਐਮ ਨੂੰ ਅਪਾਇੰਟ ਕਰਨ ਦਾ ਜਿਹੜਾ ਇੱਕ ਕਨਵੈਨਸ਼ਨ ਹੈ ਇੰਡੀਆ ਦੇ ਵਿੱਚ, ਉਹ ਇਹ ਹੈ ਕਿ ਜਿਹੜੀ ਵੀ ਪਾਰਟੀ ਜਿੱਤ ਕੇ ਆਊਗੀ ਇਲੈਕਸ਼ਨ ਦੇ ਵਿੱਚ, ਐਬਸੋਲਿਊਟ ਮੈਜੋਰਿਟੀ ਲਊਗੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ, ਉਹਦੇ ਲੀਡਰ ਨੂੰ ਸੀਐਮ ਵਜੋਂ ਅਪਾਇੰਟ ਕੀਤਾ ਜਾਊਗਾ ਤੇ ਸੀਐਮ ਦੇ ਕਹਿਣ ਤੇ ਬਾਕੀ ਮਿਨਿਸਟਰਸ ਨੂੰ ਅਪਾਇੰਟ ਕੀਤਾ ਜਾਊਗਾ। ਤੇ ਜਿਹੜਾ ਡਿਊਰਿੰਗ ਹਿਸ ਪਲੇਜ਼ਰ ਹੈ, ਇਹਦਾ ਮਤਲਬ ਇਹ ਹੈ ਜੇ ਸੀਐਮ ਜਾਂ ਸਰਕਾਰ ਹਾਊਸ ਦੇ ਵਿੱਚ ਐਬਸੋਲਿਊਟ ਮੈਜੋਰਿਟੀ ਲੂਜ਼ ਕਰ ਜੇ, ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਜੇ, ਤਾਂ ਉਹਨਾਂ ਨੂੰ ਹਟਾ ਸਕਦਾ, ਅਦਰਵਾਈਜ਼ ਆਪ ਦੀ ਮਰਜ਼ੀ ਨਾਲ ਕਿਸੇ ਮਿਨਿਸਟਰ ਨੂੰ ਜਾਂ ਸੀਐਮ ਨੂੰ ਨਹੀਂ ਹਟਾ ਸਕਦਾ। ਐਕਸਟਰਾ ਆਰਡੀਨਰੀ ਸਰਕਮਸਟੈਂਸਸ ਦੇ ਵਿੱਚ ਜਾ ਕੇ ਗਵਰਨਰ ਆਪ ਦੇ ਵੱਲੋਂ ਇਹ ਐਕਸਰਸਾਈਜ਼ ਕਰ ਸਕਦਾ ਪਾਵਰ, ਅਦਰਵਾਈਜ਼ ਨਹੀਂ ਕਰੂਗਾ। ਤੇ ਐਕਸਟਰਾ ਆਰਡੀਨਰੀ ਸਿਚੁਏਸ਼ਨ ਜਦੋਂ ਸਰਕਾਰ ਮੈਜੋਰਿਟੀ ਲੂਜ਼ ਕਰ ਜੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਦੈਨ ਵੀ ਮੂਵ, ਇੱਕ ਮਾਈਨਰ ਫੈਕਟ ਹੈ, ਹਾਲਾਂਕਿ ਕੁਐਸਚਨ ਆਉਣ ਦੀ ਉਮੀਦ ਬਹੁਤ ਘੱਟ, ਬਟ ਆਪਾਂ ਕਰ ਲੈਂਦੇ ਕਵਰ, ਦੈਟ ਬਾਕੀ ਸਾਰੇ ਜਗ੍ਹਾ ਤੇ ਤਾਂ ਮਿਨਿਸਟਰ ਉਹੀ ਲੱਗਦੇ ਨੇ, ਉਸੇ ਅਹੁਦੇ ਦੇ ਮਿਨਿਸਟਰ ਲੱਗਦੇ ਨੇ ਜਿਹੜੇ ਅਹੁਦੇ ਤੇ ਸੀਐਮ ਚਾਹੁੰਦਾ। ਬਟ ਇਹ ਲਾਜ਼ਮੀ ਹੈ ਕਿ ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼ ਤੇ ਓਡੀਸ਼ਾ ਦੇ ਵਿੱਚ ਇੱਕ ਟ੍ਰਾਈਬਲ ਵੈਲਫੇਅਰ ਮਿਨਿਸਟਰ ਜ਼ਰੂਰ ਹੋਣਾ ਚਾਹੀਦਾ। ਸੋ ਗਵਰਨਰ ਇਨਸ਼ੋਰ ਕਰਦਾ ਹੈ ਕਿ ਇੱਕ ਟ੍ਰਾਈਬਲ ਵੈਲਫੇਅਰ ਮਿਨਿਸਟਰ ਇਹਨਾਂ ਰਾਜਾਂ ਦੇ ਵਿੱਚ ਲੱਗੇ। ਨੋਟੇਬਲੀ ਬਿਹਾਰ ਪਹਿਲਾਂ ਇੱਥੇ ਹੁੰਦਾ ਸੀਗਾ, ਬਟ ਬਿਹਾਰ ਚੋਂ ਝਾਰਖੰਡ ਨਿਕਲ ਗਿਆ ਤਾਂ ਉਹਨਾਂ ਦਾ ਟ੍ਰਾਈਬਲ ਏਰੀਆ ਲਾਰਜਲੀ ਨਿਕਲ ਗਿਆ, ਤੇ ਹੁਣ ਬਿਹਾਰ ਦੇ ਵਿੱਚ ਕੋਈ ਲਾਜ਼ਮੀ ਨਹੀਂ ਕਿ ਟ੍ਰਾਈਬਲ ਵੈਲਫੇਅਰ ਮਿਨਿਸਟਰ ਲਾਇਆ ਜਾਵੇ। ਦੈਨ ਵੀ ਕਮ ਟੂ ਆਲ ਦਾ ਇੰਪੋਰਟੈਂਟ ਅਪਾਇੰਟਮੈਂਟਸ ਅੰਡਰ ਦਾ ਸਟੇਟ ਗਵਰਨਮੈਂਟ ਡਨ ਬਾय ਹਿਮ। ਸੋ ਗਵਰਨਰ ਸਾਹਿਬ ਦੇ ਆਫਿਸ ਤੋਂ ਹੀ ਸਾਰੀ ਅਪਾਇੰਟਮੈਂਟਾਂ ਹੁੰਦੀਆਂ ਨੇ, ਬਟ ਯਾਦ ਰੱਖਿਆ ਜਾਵੇ ਗਵਰਨਰ ਦੀ ਡਿਸਕ੍ਰਿਸ਼ਨ ਇੱਥੇ ਨਹੀਂ ਹੈ। ਜਿਹਨੂੰ ਸਟੇਟ ਸਰਕਾਰ ਕਹੂਗੀ ਉਹਨੂੰ ਹੀ ਡੈਜ਼ਿਗਨੇਟਿਡ ਪੋਸਟ ਤੇ ਅਪਾਇੰਟ ਕੀਤਾ ਜਾਵੇਗਾ। ਦੈਨ ਵੀ ਕਮ ਟੂ he can seek information relating to the administration of the affairs of the state। ਇਹ ਇਹਨਾਂ ਦਾ ਇਖਤਿਆਰ ਹੈ, ਡਿਸਕ੍ਰਿਸ਼ਨਰੀ ਪਾਵਰ ਹੈ ਕਿ ਸੀਐਮ ਨੂੰ ਕਹਿ ਸਕਦੇ ਨੇ ਕਿ ਸਟੇਟ ਦੇ ਐਡਮਿਨਿਸਟ੍ਰੇਸ਼ਨ ਰਿਲੇਟਡ ਜਿਹੜੀ ਵੀ ਇੰਪੋਰਟੈਂਟ ਗਤੀਵਿਧੀ ਚੱਲ ਰਹੀ ਹੈ ਉਹ ਤੋਂ ਮੈਨੂੰ ਜਾਣੂ ਕਰਾਇਆ ਜਾਵੇ, ਮੇਰੇ ਕੋਲ ਫਾਈਲਾਂ ਭੇਜੀਆਂ ਜਾਣ। then he also act as the chancellor। now this is important especially for Punjab and Kerala as well। so he acts as chancellor of universities in the state। ਇਹ ਸੈਂਟਰਲ ਯੂਨੀਵਰਸਿਟੀ ਨਹੀਂ, ਸਟੇਟ ਯੂਨੀਵਰਸਿਟੀਜ਼ ਦੀ ਗੱਲ ਹੋ ਰਹੀ ਹੈ। ਐਂਡ ਹੀ ਆਲਸੋ ਅਪਾਇੰਟਸ ਦ ਵਾਈਸ ਚਾਂਸਲਰਸ ਆਫ ਦ ਯੂਨੀਵਰਸਿਟੀਜ਼ ਇਨ ਦ ਸਟੇਟ। ਜਿਹੜਾ ਕਿ ਪੰਜਾਬ ਦੇ ਵਿੱਚ ਪਿੱਛੇ ਕੁਝ ਰੌਲਾ ਪਿਆ ਸੀਗਾ PAU ਦੇ VC ਨੂੰ ਲੈ ਕੇ, ਤੇ ਬਾਬਾ ਫਰੀਦ ਦੇ ਜੋ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਹੈ ਉਹਦੇ VC ਨੂੰ ਵੀ ਲੈ ਕੇ। ਤਾਂ ਆਪਾਂ ਉਸ ਤੇ ਗੱਲ ਕਰਾਂਗੇ ਕੀ ਪਾਵਰ ਇਸਤੇਮਾਲ ਕਰ ਸਕਦੇ ਨੇ। ਨਾਓ ਵੀ ਕਮ ਟੂ ਲੈਜਿਸਲੇਟਿਵ ਫੰਕਸ਼ਨਸ। ਲੈਜਿਸਲੇਟਿਵ ਫੰਕਸ਼ਨਸ ਪਹਿਲੀ ਗੱਲ ਤਾਂ ਇੰਟੈਗਰਲ ਪਾਰਟ ਆਫ ਦ ਸਟੇਟ ਲੈਜਿਸਲੇਚਰ। ਜਿਵੇਂ ਆਪਾਂ ਗੱਲ ਕੀਤੀ ਸੀ ਪ੍ਰੈਜ਼ੀਡੈਂਟ is an integral part of the parliament, ਐਵੇਂ ਹੀ ਗਵਰਨਰ ਵੀ state legislature ਦਾ integral part ਹੈ, but house ਦਾ ਮੈਂਬਰ ਨਹੀਂ ਹੁੰਦਾ। ਨਾਲ ਹੀ he can summon the house, prorogue the house and dissolve the legislative assembly of the state। ਇਹ ਬਹੁਤ ਚੰਗੀ ਤਰ੍ਹਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਪ੍ਰੈਜ਼ੀਡੈਂਟ ਨਾਲ। summon, start the session, prorogue, end the session। ਤੇ ਜਦੋਂ 5 ਸਾਲ ਖਤਮ ਹੋ ਜਾਣ ਜਾਂ no confidence motion ਪਾਸ ਹੋ ਜਾਵੇ ਤਾਂ ਫਿਰ legislative assembly ਨੂੰ dissolve ਕਰ ਦੇਣਾ। ਨਾਲ ਹੀ he address the houses, ਕਦੋਂ ਐਡਰੈਸ ਕਰੂਗਾ? ਸੇਮ ਲਾਈਕ ਪ੍ਰੈਜ਼ੀਡੈਂਟ। ਜਦੋਂ ਵੀ ਇਲੈਕਸ਼ਨ ਤੋਂ ਬਾਅਦ ਪਹਿਲੀ ਵਿਧਾਨ ਸਭਾ, ਨਵੀਂ ਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਗੀ ਉਦੋਂ ਐਡਰੈਸ ਕਰੂਗਾ। ਤੇ ਨਾਲ ਹੀ ਜਦੋਂ ਬਜਟ ਸੈਸ਼ਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਗਵਰਨਰ ਦੇ ਐਡਰੈਸ ਨਾਲ ਹੀ ਹੁੰਦੀ ਹੈ। ਇਹ ਗੱਲ ਹੋਰ, ਇੱਥੇ ਜਿਹੜੀ ਵੀ ਸਪੀਚ, ਜਿਹੜਾ ਐਡਰੈਸ ਉਹ ਦਿੰਦੇ ਨੇ, ਇਹ ਸਟੇਟ ਗਵਰਨਮੈਂਟ ਹੀ ਉਹਨਾਂ ਨੂੰ ਲਿਖ ਕੇ ਦਿੰਦੀ ਹੈ ਤੇ ਉਹੀ ਪੜ੍ਹਨਾ ਹੁੰਦਾ ਹੈ। ਨਾਲ he can send message to the house or houses, ਮਤਲਬ ਸਟੇਟ ਲੈਜਿਸਲੇਚਰਸ ਨੂੰ ਉਹ ਮੈਸੇਜ ਭੇਜ ਸਕਦਾ ਕਿਸ ਰਿਗਾਰਡਿੰਗ ਕਿ ਹਾਊਸ ਦੇ ਵਿੱਚ ਕੋਈ ਪੈਂਡਿੰਗ ਬਿਜ਼ਨਸ ਪਿਆ, ਮੰਨ ਲਓ ਕੋਈ ਪੁਰਾਣਾ ਬਿੱਲ ਹੈ ਜੋ ਬਹੁਤ ਟਾਈਮ ਤੋਂ ਪੈਂਡਿੰਗ ਪਿਆ, ਉਹਦਾ ਪਾਸ ਹੋਣਾ ਲਾਜ਼ਮੀ ਹੈ, ਹੋ ਨਹੀਂ ਰਿਹਾ, ਤੇ ਹਾਊਸ ਨੂੰ ਮੈਸੇਜ ਭੇਜ ਸਕਦਾ ਬਈ ਪਲੀਜ਼ ਤੁਸੀਂ ਇਹਨੂੰ ਪਾਸ ਕਰੋ। ਇਹ ਸਿਰਫ ਮੈਸੇਜ ਹੈ, ਆਰਡਰ ਨਹੀਂ, ਤਾਂ ਬਾਈਂਡਿੰਗ ਇਫੈਕਟ ਨਹੀਂ ਰੱਖਦਾ। then he also nominate 1/6 of the members in legislative council ਆਪਾਂ ਕਵਰ ਕਰ ਚੁੱਕੇ ਹਾਂ। ਸੇ ਉੱਥੇ 1/6 ਦੀ ਨੋਮੀਨੇਸ਼ਨ ਗਵਰਨਰ ਸਾਹਿਬ ਵਜੋਂ ਹੁੰਦੀ ਹੈ। then we come to he also decide question of disqualification of members। ਆਪਾਂ ਥੰਬ ਰੂਲ ਬਣਾਇਆ ਸੀਗਾ, ਜੇ ਐਂਟੀ ਡਿਫੈਕਸ਼ਨ ਲਾਅ ਤੇ ਲੈਜਿਸਲੇਟਰ ਦੀ ਡਿਸਕੁਆਲੀਫਿਕੇਸ਼ਨ ਹੈ ਤਾਂ ਹਾਊਸ ਦਾ ਪ੍ਰੀਸਾਈਡਿੰਗ ਆਫਿਸਰ ਡਿਸਾਈਡ ਕਰਦਾਗਾ, ਬਟ ਜੇ ਜਨਰਲ ਡਿਸਕੁਆਲੀਫਿਕੇਸ਼ਨਸ ਨੇ ਤਾਂ MP ਦੀ ਪ੍ਰੈਜ਼ੀਡੈਂਟ ਤੇ ਸਟੇਟ ਦੇ ਵਿੱਚ ਗਵਰਨਰ ਸਾਹਿਬ ਇਹ ਡਿਸਾਈਡ ਕਰਨਗੇ ਇਨ ਕੰਸਲਟੇਸ਼ਨ ਵਿਦ ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ। then comes the main one। now ਇਸ ਤੇ ਫੋਕਸ ਕਰਨ ਦੀ ਆਪਾਂ ਨੂੰ ਲੋੜ ਹੈ। ਅਸੈਂਟ ਟੂ ਦ ਬਿਲਸ। ਜਦੋਂ ਰਾਜ ਦੀ ਵਿਧਾਨ ਸਭਾ ਤੋਂ ਜਾਂ ਲੈਜਿਸਲੇਚਰ ਤੋਂ ਕੋਈ ਬਿੱਲ ਪਾਸ ਹੋ ਕੇ ਗਵਰਨਰ ਆਫਿਸ ਆਉਂਦਾ ਫਾਈਨਲ ਅਸੈਂਟ ਵਾਸਤੇ, ਤਾਂ ਅਸੈਂਟ ਤੋਂ ਬਾਅਦ ਉਹ ਐਕਟ ਬਣ ਜਾਣਾ। ਨਾਓ ਇਸ ਦੇ ਮੁਤਲਕ ਕੀ ਪਾਵਰਾਂ ਨੇ ਗਵਰਨਰ ਸਾਹਿਬ ਕੋਲੇ? ਨਾਓ ਵੀ ਕਮ, ਪਹਿਲਾਂ ਤਾਂ ਉਹ ਅਸੈਂਟ ਦੇ ਦੇਣ, ਫਿਰ ਤੇ ਕੋਈ ਰੌਲਾ ਹੀ ਨਹੀਂ, ਸਾਰੇ ਸੌਖੇ।
बट वीटो पावर केड़ी केड़ी यूज कर सकते हैं इवेंचुअली जेड़ी 3 वीटो पावर्स प्रेजिडेंट साहब कोले ने केड़ियां केड़ियां विदहोल्ड द असेंट दैट इज एब्सोल्यूट वीटो देन रिटर्न द बिल एक बारी दोबारा जांच कर लो ते यह सस्पेंसिव वीटो देन कम द पॉकेट वीटो सो आ तीनों वीटो पावर्स इज इंजॉयड बाय द गवर्नर साहब और उसे फैशन दे विच जिवें प्रेजिडेंट इंजॉय करते हैं जिवें कि जे रीकनसीडरेशन तो बाद बिल वापस आ गया बिना किसी चेंज तो फिर गवर्नर साहब ਨੂੰ ਅਸੈਂਟ ਹੀ ਦੇਣੀ ਪੈਣੀ ਹੈ ਜਾਂ ਐਬਸੋਲੂਟ ਵੀਟੋ ਬਿਨਾ ਸਟੇਟ ਕਾਉਂਸਲ ਆਫ ਮਿਨਿਸਟਰ ਦੀ ਸਲਾਹ ਤੋਂ ਇਹ ਵਰਤ ਨਹੀਂ ਸਕਦੇ ਤਾਂ ਇੱਥੇ ਤੱਕ ਤਾਂ ਠੀਕ ਸੀਗਾ ਪ੍ਰੈਜ਼ੀਡੈਂਟ ਵਾਲਾ ਸਿਸਟਮ ਬਟ ਇੱਕ ਐਕਸਟਰਾ ਵੀਟੋ ਪਾਵਰ ਗਵਰਨਰ ਇੰਜॉय ਕਰਦੇ ਨੇ ਜੋ ਬਹੁਤ ਜ਼ਿਆਦਾ ਪਾਵਰਫੁਲ ਹੈ और ਕਿੱਦਾਂ ਪਾਵਰਫੁਲ ਹੈ दैट आर्टिकल 200 ਇਹ ਜ਼ਰੂਰ ਯਾਦ ਰੱਖਣਾ ਜੀ आर्टिकल 200 हेठा ये लिखा दैट गवर्नर में रिजर्व द बिल फॉर कंसिडरेशन ऑफ द प्रेजिडेंट ਇਹਦਾ ਮਤਲਬ ਗਵਰਨਰ ਸਾਹਿਬ ਕਿਸੇ ਬਿੱਲ ਨੂੰ ਰਿਜ਼ਰਵ ਕਰ ਸਕਦੇ ਨੇ ਕਿ ਇਹ ਮੈਂ ਪ੍ਰੈਜ਼ੀਡੈਂਟ ਕੋਲੇ ਭੇਜੂੰਗਾ ਅਸੈਂਟ ਵਾਸਤੇ ਹੁਣ ਇਹ ਬਿੱਲ ਉਦੋਂ ਐਕਟ ਬਣੂਗਾ ਜਦੋਂ ਪ੍ਰੈਜ਼ੀਡੈਂਟ ਦੀ ਅਸੈਂਟ ਮਿਲ ਗਈ ਹੁਣ ਗਵਰਨਰ ਦਾ ਰੋਲ ਨਹੀਂ ਰਹਿ ਜਾਂਦਾ ਵਿੱਚ ਸੋ ਇਹਦਾ ਮਤਲਬ ਇਹ ਹੈ ਕਿ ਸਟੇਟ ਦੀ ਲਾਅ ਮੇਕਿੰਗ ਪਾਵਰ ਨੂੰ ਚੈੱਕ ਕੀਤਾ ਜਾ ਸਕਦਾ ਗਵਰਨਰ ਆਫਿਸ ਥਰੂ ਜਦੋਂ ਇਹ ਰਿਜ਼ਰਵ ਕਰ ਦੇਣਗੇ ਹੁਣ ਪ੍ਰੈਜ਼ੀਡੈਂਟ ਕੋਲੇ ਜਾਊਗਾ ਪ੍ਰੈਜ਼ੀਡੈਂਟ ਦੀ ਆਪ ਦੀਆਂ ਵੀਟੋ ਪਾਵਰਸ ਨੇ ਸੈਂਟਰ ਗਵਰਨਮੈਂਟ ਦਾ ਦਖਲ ਹੈ ਤਾਂ ਇਸ ਤਰੀਕੇ ਨਾਲ ਆਰਟੀਕਲ 200 ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਇੱਥੇ ਮੈਂ ਇੱਕ ਗੱਲ ਹੋਰ ਕਹਿਦਾ ਕਈ ਜਗ੍ਹਾ ਕਨਫਿਊਜ਼ਨ ਹੈ ਕਿ ਪਾਵਰ 200 ਹੈ ਕਿ 201 ਹੈ ਕੈਟੇਗਰੀਕਲੀ ਸੇਇੰਗ 200 ਆਰਟੀਕਲ ਡਬਲ ਸੈਂਚੁਰੀ ਦੂਜਾ ਕਈ ਵਾਰੀ ਕਨਫਿਊਜ਼ ਇਦਾਂ ਕਰਦੇ ਨੇ ਕਿ ਕਿਹੜੇ ਬਿੱਲ ਨੂੰ ਰਿਜ਼ਰਵ ਕਰ ਸਕਦਾ ਕਿਹੜੇ ਨੂੰ ਨਹੀਂ ਜਿਵੇਂ ਉਹ ਪਾ ਦੇਣਗੇ ਯਾਰ ਮਨੀ ਬਿੱਲ ਨੂੰ ਨਹੀਂ ਰਿਜ਼ਰਵ ਕਰ ਸਕਦਾ ਹੁਣ ਆਪਾਂ ਕਈ ਵਾਰੀ ਮਨੀ ਬਿੱਲ ਵਗੈਰਾ ਪੜਿਆ ਹੁੰਦਾ ਆਪਾਂ ਨੂੰ ਲੱਗਦਾ ਯਾਰ ਖਾਸ ਮੈਟਰ ਹੈ ਤੇ ਸ਼ਾਇਦ ਨਹੀਂ ਕਰਦਾ ਹੋਊਗਾ ਇਦਾਂ ਨਹੀਂ ਹੈ ਐਨੀ ਬਿੱਲ ਮੀਨਸ ਐਨੀ ਬਿੱਲ ਸਟੇਟ ਦੇ ਕਿਸੇ ਵੀ ਬਿੱਲ ਨੂੰ ਰਿਜ਼ਰਵ ਕਰ ਸਕਦਾ ਗਵਰਨਰ ਫॉर ਪ੍ਰੈਜ਼ੀਡੈਂਸ਼ੀਅਲ ਅਸੈਂਟ ਤੇ ਆਈ ਰਿਪੀਟ ਇਸ ਸੂਰਤ ਦੇ ਵਿੱਚ ਹੁਣ ਬਿੱਲ ਉਦੋਂ ਹੀ ਐਕਟ ਬਣੂਗਾ ਜਦੋਂ ਪ੍ਰੈਜ਼ੀਡੈਂਟ ਦੀ ਅਸੈਂਟ ਉਸ ਬਿੱਲ ਨੂੰ ਮਿਲੂਗੀ ਨੈਕਸਟ ਕੇਸ ਆਫ ਆਬਲੀਗੇਟਰੀ ਰਿਜ਼ਰਵੇਸ਼ਨ ਕੁਝ ਕੇਸਿਸ ਇਦਾਂ ਦੇ ਨੇ ਜਿਹਦੇ 'ਚ ਗਵਰਨਰ ਸਾਹਿਬ ਨੂੰ ਉਹ ਕੰਪਲਸਰੀ ਰਿਜ਼ਰਵ ਕਰਨਾ ਪੈਣਾ ਕਿਹੜੇ ਕੇਸਿਸ ਇੱਕ ਤਾਂ ਜਿੱਥੇ ਸਟੇਟ ਦਾ ਕੋਈ ਬਿੱਲ ਇਦਾਂ ਦਾ ਆਵੇ ਜਿਹਦੇ ਵਿੱਚ ਹਾਈ ਕੋਰਟ ਦੀ ਪੋਜੀਸ਼ਨ ਨੂੰ ਖਤਰਾ ਹੋਵੇ ਹਾਈ ਕੋਰਟ ਦੀ ਪੋਜੀਸ਼ਨ ਨੂੰ ਖਤਰਾ ਹੋਵੇ ਸਟੇਟ ਦੇ ਵਿੱਚ ਇਦਾਂ ਦਾ ਕੋਈ ਬਿੱਲ ਹੈ ਤਾਂ ਕੰਪਲਸਰੀ ਰਿਜ਼ਰਵ ਹੋਊਗਾ ਦੈਨ ਜੇ ਗਵਰਨਰ ਔਰ ਕਿਹੜੇ ਅਲਟਰਾ ਵਾਇਰਸ ਮੀਨਸ ਜੇ ਕਨਸਟੀਟਿਊਸ਼ਨ ਦੇ ਖਿਲਾਫ ਕੋਈ ਬਿੱਲ ਹੈ ਕਨਸਟੀਟਿਊਸ਼ਨ ਦੀ ਕਿਸੇ ਪ੍ਰੋਵੀਜ਼ਨ ਦੀ ਉਲੰਘਣਾ ਕਰਦਾ ਤਾਂ ਕੰਪਲਸਰੀ ਰਿਜ਼ਰਵ ਹੋਊਗਾ ਨੈਕਸਟ ਜੇ ਡੀਪੀਐਸਪੀ ਦੇ ਖਿਲਾਫ ਹੈ डायरेक्टर प्रिंसिपल ਨੂੰ अपोज करता है ਤਾਂ भी रिजर्वेशन होगी then against the larger interest of the country a bill of grave national importance ਜਾਂ ਫਿਰ dealing with the compulsory acquisition of the property under Article 31A of the Constitution so ਇਹ ਸਾਰੇ ਉਹ ਨੇ ਜਿੱਥੇ कंपलसरी रिजर्वेशन होगी गवर्नर ਦੇ ਦੁਆਰਾ ਨਾ ਆਪਾਂ ਅੱਗੇ ਚੱਲਦੇ ਹਾਂ और ਕਿਹੜੀਆਂ ਪਾਵਰ ਇੰਜॉय ਕਰਦੇ ਨੇ ਲੈਜਿਸਲੇਟਿਵ ਦੇ ਵਿੱਚ ਹੀ ਇੱਕ और ਪਾਵਰ ਹੈ ਆਰਟੀਕਲ 213 ਨਾ 213 ਇਜ਼ ਪ੍ਰੋਮਲਗੇਸ਼ਨ ਆਫ ਦਾ ਆਰਡੀਨੈਂਸ ਆਪਾਂ ਆਰਟੀਕਲ 123 ਦੇ ਵਿੱਚ ਪ੍ਰੈਜ਼ੀਡੈਂਟ ਦੀ ਆਰਡੀਨੈਂਸ ਪ੍ਰੋਮਲਗੇਸ਼ਨ ਪਾਵਰ ਪੜ੍ਹੀ ਸੀ ਦਿਸ ਇਜ਼ ਸੇਮ ਬਟ ਇੱਥੇ ਸਟੇਟ ਦੇ ਰਿਗਾਰਡਿੰਗ ਹੋ ਜਾਊਗਾ ਮੈਂ ਕਹਿਣਾ ਇਹ ਚਾਹੁੰਦਾ ਕਿ ਜਦੋਂ ਸਟੇਟ ਲੈਜਿਸਲੇਚਰ ਦੇ ਹਾਊਸ ਰਿਸੈਸ ਦੇ ਵਿੱਚ ਨੇ ਉਦੋਂ ਗਵਰਨਰ ਕੋਲੇ ਆਰਡੀਨੈਂਸ ਪ੍ਰੋਮਲਗੇਸ਼ਨ ਪਾਵਰ ਹੈ दैट मीन्स सरकार आप दे किसी लॉ नू सीधा गवर्नर दे ऑफिस तो इंप्लीमेंट करा सकती है यह ऑर्डिनेंस ते ना ते कानून इंप्लीमेंटेबल हो जाऊगा बट ये टैंपरेरी आपां नू याद है सो जिवें ही हाउस दे सैशन रीकनवीन होणगे नाल दी नाल 6 हफ्तियां दा टाइम पीरियड शुरू हो जाऊगा उन्हां 6 हफ्तियां दे विच या तां हाउस तो अप्रूव करा लो जे नहीं अप्रूव हुंदा तां 6 हफ्ते बाद ऑर्डिनेंस ऑटोमैटिक लैप्स कर जाऊगा सो सेम इज द गवर्नर्स पावर in regard state laws then further he also lays down certain reports in the house kuch authorities ਐਵੇਂ ਦੀਆਂ ਨੇ state ਜੋ ਸਿੱਧੀ ਗਵਰਨਰ ਨੂੰ ਰਿਪੋਰਟ ਕਰਦੀਆਂ ਨੇ ਤੇ ਗਵਰਨਰ ਸਾਹਿਬ ਉਹ ਰਿਪੋਰਟਸ ਹਾਊਸ ਦੇ ਵਿੱਚ ਲੇ ਡਾਊਨ ਕਰਾਉਂਦੇ ਸੈਰੇਮੋਨੀਅਲ ਫੰਕਸ਼ਨ ਹੈ ਕਿਦਾਂ ਸਟੇਟ ਫਾਈਨੈਂਸ ਕਮਿਸ਼ਨ ਦੀ ਰਿਪੋਰਟ ਹੈ ਜੀ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੀ ਰਿਪੋਰਟ ਹੈ ਆਈ ਬਿਲੀਵ ਯੂ ਨੋ ਤੁਹਾਡੀ ਜਿਹੜੀ ਰਿਕਰੂਟਮੈਂਟ ਕਰ ਰਹੀ ਏਜੰਸੀ ਹੈ ਉਹ ਪੀਪੀਐਸਸੀ ਸੋ ਪੀਪੀਐਸਸੀ ਦੀ ਰਿਪੋਰਟ ਜਾਂਦੀ ਹੈ ਸਿੱਧੀ ਗਵਰਨਰ ਸਾਹਿਬ ਨੂੰ ਜੋ ਐਨੂਅਲ ਰਿਪੋਰਟ ਹੁੰਦੀ ਹੈ ਤੇ ਗਵਰਨਰ ਸਾਹਿਬ ਉਸ ਰਿਪੋਰਟ ਨੂੰ ਹਾਊਸ ਦੇ ਵਿੱਚ ਲੇ ਡਾਊਨ ਕਰਦੇ ਨੇ ਇੰਟਰੋਡਿਊਸ ਕਰਾਉਂਦੇ ਨੇ ਦੈਨ ਕੈਗ ਦੀ ਰਿਪੋਰਟ ਜਿਹੜੀ ਸਟੇਟ ਦੇ ਰਿਗਾਰਡਿੰਗ ਹੈ या फिर आप कहिए स्टेट दे सारे महकमे की ऑडिट रिपोर्ट जो कैग वालों आई हुई है
ਦੈਨ ਇਹ ਸਾਰੀਆਂ ਰਿਪੋਰਟਸ ਅਕਾਊਂਟਸ ਦੀ, ਸੋ ਅਕਾਊਂਟਸ ਦੀ ਜਿਹੜੀ ਰਿਪੋਰਟਸ ਨੇ ਕੈਗ ਦੇ ਵਿੱਚ, ਇਹ ਵੀ ਸਾਰੀ ਲੈਜਿਸਲੇਚਰ ਦੇ ਵਿੱਚ ਗਵਰਨਰ ਸਾਹਿਬ ਹੀ ਪੇਸ਼ ਕਰਾਉਂਦੇ ਨੇ। Then we come financial function. As such financial function ਕੋਈ ਹੈ ਨਹੀਂ, ਸਿਰਫ ਕੁਝ procedural aspects ਨੇ। ਕਿਦਾਂ? ਜਿਵੇਂ ਕਿ ਫਾਈਨੈਂਸ਼ੀਅਲ ਰਿਪੋਰਟਸ ਜਿੰਨੀਆਂ ਵੀ ਹੈ ਹਾਊਸ ਦੇ ਵਿੱਚ ਜਨਾਬ ਹੀ ਲੇ ਡਾਊਨ ਕਰਾਉਣਗੇ, ਇਹਨਾਂ ਦੀ ਅਥਾਰਟੀ ਹੇਠਾਂ ਹੀ ਲੇ ਡਾਊਨ ਹੋਊਗੀ। ਦੈਨ ਮਨੀ ਦੇ ਫਾਈਨੈਂਸ਼ੀਅਲ ਬਿਲਸ ਆਪਾਂ ਪੜ੍ਹ ਚੁੱਕੇ ਹਾਂ ਸੈਂਟਰ ਦੇ ਵਿੱਚ, ਪਾਰਲੀਮੈਂਟ 'ਚ ਮਨੀ ਤੇ ਫਾਈਨੈਂਸ਼ੀਅਲ ਬਿਲ ਡੈਫੀਨੇਸ਼ਨ ਐਂਡ ਆਲ ਦੈਟ ਥਿੰਗ। ਤਾਂ ਮਨੀ ਤੇ ਫਾਈਨੈਂਸ਼ੀਅਲ ਬਿਲ ਹਾਊਸ ਦੇ ਵਿੱਚ ਉਦੋਂ ਤੱਕ ਇੰਟਰੋਡਿਊਸ ਨਹੀਂ ਹੋਊਗਾ ਜਦੋਂ ਤੱਕ ਗਵਰਨਰ ਦੀ ਰਿਕਮੈਂਡੇਸ਼ਨ ਨਹੀਂ ਮਿਲ ਜਾਂਦੀ। ਤੇ ਨਾਲ ਹੀ ਹਰ 5 ਸਾਲਾਂ ਬਾਅਦ ਐਟ ਐਵਰੀ 5 years ਸਟੇਟ ਫਾਈਨੈਂਸ ਕਮਿਸ਼ਨ ਦੀ ਕਨਸਟੀਟਿਊਸ਼ਨ ਦੀ ਵੀ ਜ਼ਿੰਮੇਵਾਰੀ, ਸਟੇਟ ਫਾਈਨੈਂਸ ਕਮਿਸ਼ਨ ਨੂੰ ਕਨਸਟੀਟਿਊਟ ਕਰਨ ਦੀ ਜ਼ਿੰਮੇਵਾਰੀ ਵੀ ਗਵਰਨਰ ਸਾਹਿਬ ਕੋਲ ਹੈ। ਨੈਕਸਟ ਜੁਡੀਸ਼ੀਅਲ ਫੰਕਸ਼ਨਸ। ਸੋ ਜੁਡੀਸ਼ੀਅਲ ਫੰਕਸ਼ਨਸ ਦੇ ਵਿੱਚ ਕਿੱਦਾਂ? ਜਿਵੇਂ ਇੱਕ ਤਾਂ ਅਪਾਇੰਟਮੈਂਟ, ਪੋਸਟਿੰਗ ਤੇ ਪ੍ਰਮੋਸ਼ਨ ਕਰਦੇ ਨੇ ਡਿਸਟ੍ਰਿਕਟ ਲੈਵਲ ਦੇ ਜੱਜਾਂ ਦੀ ਇਨ ਕੰਸਲਟੇਸ਼ਨ ਵਿਦ ਹਾਈ ਕੋਰਟ। ਹਾਲਾਂਕਿ ਪਾਵਰ ਇੱਥੇ ਹਾਈ ਕੋਰਟ ਦੀ ਹੈ, ਬਟ ਗਵਰਨਰ ਦਾ ਆਫਿਸ ਯੂਜ਼ ਕੀਤਾ ਜਾ ਰਿਹਾ। ਦੈਨ ਆਲਸੋ ਅਪਾਇੰਟਸ persons to the judicial service of the state other than district judge in consultation with the high court and state public service commissions। so कोई भी judicial authority like district attorney है, PPs हैं, वो भी governor ਦੇ office ਤੋਂ ਹੀ appointment ਹੁੰਦੀ ਹੈ। but ਜੋ ਆਪਾਂ ਗੱਲ ਕਰਦੇ ਹਾਂ judicial power ਦੇ ਵਿੱਚ pardoning power, ਸੋ ਆਪਾਂ ਨੂੰ ਯਾਦ ਹੈ ਆਰਟੀਕਲ 72 ਹੇਠਾਂ 72 ਹੇਠਾਂ ਪ੍ਰੈਜ਼ੀਡੈਂਟ ਸਾਹਿਬ ਨੂੰ ਜੁਡੀਸ਼ੀਅਲ ਪਾਰਡਨਿੰਗ ਪਾਵਰਸ ਮਿਲੀਆਂ ਹੋਈਆਂ ਨੇ, ਸ਼ਮਾਦਾਨ ਦੇਣ ਦੀਆਂ। ਸੇਮ ਉਹੀ ਪਾਵਰਸ ਮਿਲੀਆਂ ਹੋਈਆਂ ਨੇ ਗਵਰਨਰ ਸਾਹਿਬ ਨੂੰ ਅੰਡਰ ਆਰਟੀਕਲ 161। ਸੋ ਯਾਦ ਰੱਖਣਾ ਗਵਰਨਰ ਦੀ ਪਾਵਰ 161 ਹੇਠਾਂ ਹੈ ਔਰ ਪ੍ਰੈਜ਼ੀਡੈਂਟ ਦੀ ਆਰਟੀਕਲ 72 ਹੇਠਾਂ। ਸੋ ਪਾਰਡਨਿੰਗ ਪਾਵਰਸ ਦੇ ਵਿੱਚ ਕਿਹੜੀ ਪਾਰਡਨਿੰਗ ਪਾਵਰ ਹੈ ਗਵਰਨਰ ਸਾਹਿਬ ਕੋਲ? ਸੇਮ ਪਾਵਰਸ ਲਾਈਕ ਪਾਰਡਨਸ, ਕਮਿਊਟੇਸ਼ਨਸ, ਰਮਿਸ਼ਨਸ, ਰਿਸਪਾਈਟ ਐਂਡ ਰਿਪਰਾਈਵਸ। ਹੁਣ ਇਹਨਾਂ ਦੇ ਮਾਇਨੇ ਕੀ ਨੇ ਇਹ ਆਪਾਂ ਪ੍ਰੈਜ਼ੀਡੈਂਟ ਵੇਲੇ ਡਿਸਕਸ ਕੀਤੇ ਸੀਗੇ। ਮੈਂ ਉਮੀਦ ਕਰਨਾ ਤੁਹਾਨੂੰ ਯਾਦ ਨੇ, ਪਰ ਮੈਨੂੰ ਧੋਖਾ ਨਾ ਦਿਓ ਕਿ ਸਾਨੂੰ ਯਾਦ ਨਹੀਂ ਹੈ। ਜੇ ਯਾਦ ਨਹੀਂ ਹੈ ਤਾਂ ਫਿਰ ਪ੍ਰੈਜ਼ੀਡੈਂਟ ਵਾਲਾ ਚੈਪਟਰ ਤੁਸੀਂ ਜੋ ਆਪਣੀ ਕਲਾਸ ਹੈ ਉਹ ਦੁਬਾਰਾ ਰਿਵਾਈਜ਼ ਕਰੋ। ਉਹੀ ਪਾਵਰਸ ਇਹਨਾਂ ਕੋਲ ਨੇ, ਬਟ ਕੁਝ ਫਰਕ ਨੇ। ਕਿਉਂਕਿ 3 ਫਰਕ ਨੇ ਗਵਰਨਰ ਸਾਹਿਬ ਦੀ ਯੂਜ਼ੇਜ ਆਫ ਪਾਰਡਨਿੰਗ ਪਾਵਰ। ਪਹਿਲੀ, ਡੈਥ ਸੈਂਟੈਂਸ ਨੂੰ ਗਵਰਨਰ ਸਾਹਿਬ ਪਾਰਡਨ ਨਹੀਂ ਕਰ ਸਕਦੇ, ਹਾਂ ਕਮਿਊਟ ਕਰ ਸਕਦੇ ਨੇ। ਦੋਨਾਂ ਦਾ ਕੀ ਫਰਕ ਹੈ? ਪ੍ਰੈਜ਼ੀਡੈਂਟ 'ਚ ਮਿਲੂਗਾ। then governor cannot use his power relating to military tribunals, ਜਿਹੜੇ ਕੋਰਟ ਮਾਰਸ਼ਲ ਵਰਗੇ ਆਰਡਰ ਹੁੰਦੇ ਨੇ। ਹੁਣ ਪ੍ਰੈਜ਼ੀਡੈਂਟ ਸਾਹਿਬ ਤਾਂ ਉਹ ਤੇ ਵੀ ਆਪਦੀ ਪਾਰਡਨਿੰਗ ਪਾਵਰ ਇਸਤੇਮਾਲ ਕਰ ਸਕਦੇ ਨੇ ਕਿਉਂਕਿ ਪ੍ਰੈਜ਼ੀਡੈਂਟ ਇਜ਼ ਦਾ ਚੀਫ ਕਮਾਂਡਰ ਆਫ ਆਲ ਦ ਡਿਫੈਂਸ ਫੋਰਸਸ, ਬਟ ਗਵਰਨਰ ਦਾ ਡਿਫੈਂਸ ਫੋਰਸਸ ਤੋਂ ਕੁਝ ਲੈਣਾ ਦੇਣਾ ਹੀ ਨਹੀਂਗਾ। ਤਾਂ ਫਿਰ ਇਹ ਮਿਲਟਰੀ ਟ੍ਰਿਬਿਊਨਲ ਦੇ ਵਰਡਿਕਟ ਨਾਲ ਕਿਸੇ ਤਰ੍ਹਾਂ ਦੀ ਆਪਣੀ ਪਾਵਰ ਨੂੰ, ਪਾਰਡਨਿੰਗ ਪਾਵਰ ਨੂੰ ਇਸਤੇਮਾਲ ਨਹੀਂ ਕਰ ਸਕਦੇ। ਤੇ ਅਗਲਾ ਬਹੁਤ ਲੌਜੀਕਲ, ਭਾਈ ਪ੍ਰੈਜ਼ੀਡੈਂਟ ਸਾਹਿਬ ਦੀ ਜੂਰਿਸਡਿਕਸ਼ਨ ਹੈ ਪੈਨ ਇੰਡੀਆ, ਤਾਂ ਉਹ ਇੰਡੀਆ 'ਚ ਕਿਤੇ ਵੀ ਆਪਦੀ ਪਾਰਡਨਿੰਗ ਪਾਵਰ ਦਾ ਯੂਜ਼ ਕਰ ਸਕਦੇ ਨੇ। ਗਵਰਨਰ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਹਦੀ ਹੈ ਟੈਰੀਟੋਰੀਅਲ ਲਿਮਿਟਸ ਆਫ ਦ ਸਟੇਟ, ਤਾਂ ਸਿਰਫ ਆਪਦੇ ਰਾਜ ਦੇ ਵਿੱਚ ਹੀ ਉਹ ਪਾਵਰ ਇਸਤੇਮਾਲ ਕਰਨਗੇ, ਦੂਜੇ ਰਾਜ ਦੇ ਵਿੱਚ ਜਾ ਕੇ ਨਹੀਂ ਕਰਨਗੇ, ਉੱਥੇ ਅਗਲਾ ਗਵਰਨਰ ਬੈਠਾ। ਸੋ ਥੀਜ਼ ਆਰ ਦਾ ਪਾਰਡਨਿੰਗ ਪਾਵਰ ਆਫ ਦ ਗਵਰਨਰ। ਸੋ ਇਹ ਸਾਰੇ ਉਹ ਕਨਸੈਪਟ ਤੇ ਫੈਕਟ ਨੇ ਜੋ ਗਵਰਨਰ ਦੇ ਟੌਪਿਕ ਰਿਲੇਟਡ ਸਾਨੂੰ ਕੁਐਸਚਨਸ ਦੇ ਵਿੱਚ ਪੁੱਛੇ ਜਾ ਸਕਦੇ ਨੇ। ਆਈ ਅਗੇਨ ਇਨਸਿਸਟ ਕਿ ਫੈਕਟਸ ਜ਼ਰੂਰ ਯਾਦ ਰੱਖਣੇ ਨੇ। ਹੁਣ ਆਪਾਂ ਇੱਕ ਸਟੈਪ ਔਰ ਅੱਗੇ ਵਧ ਕੇ ਇਹ ਦੇਖਦੇ ਹਾਂ ਕਿ ਇਹ ਜਿਹੜਾ ਸਾਰਾ ਰੌਲਾ ਚੱਲ ਰਿਹਾ ਹੈ ਸਟੇਟਸ ਦੇ ਵਿੱਚ, ਕੇਰਲ ਦੇ ਵਿੱਚ ਬਹੁਤ ਚੱਲ ਰਿਹਾ, ਪੰਜਾਬ 'ਚ ਵੀ ਰੌਲਾ ਪਿਆ ਕਿ ਗਵਰਨਰ ਕਿਸ ਹੱਦ ਤੱਕ ਆਪਦੀ ਡਿਸਕ੍ਰਿਸ਼ਨਰੀ ਪਾਵਰ ਯੂਜ਼ ਕਰ ਸਕਦਾ। ਸੋ ਕੇਰਲ ਦੇ ਮਿਨਿਸਟਰ ਨੂੰ ਕਹਿਤਾ ਗਵਰਨਰ ਸਾਹਿਬ ਨੇ ਕਿ ਆਪਦਾ ਫਾਈਨੈਂਸ ਮਿਨਿਸਟਰ ਹਟਾ ਦਿਓ ਐਂਡ ਆਲ ਦੈਟ ਥਿੰਗ। ਪੰਜਾਬ 'ਚ ਵੀ ਜੋ ਹੋਇਆ ਆਪਾਂ ਗੱਲ ਕਰਦੇ ਹਾਂ। ਸੋ ਬੇਸਿਕਲੀ ਗੱਲ ਇਹ ਹੈ ਕਿ ਡਿਸਕ੍ਰਿਸ਼ਨਰੀ ਪਾਵਰ ਕਿੱਥੇ ਤੱਕ ਹੈ ਔਰ ਇਹਦਾ ਸਾਰਾ ਰੌਲਾ ਆਰਟੀਕਲ 163 ਤੇ ਜਵਾਬ ਵੀ ਇੱਥੇ ਹੀ ਹੈ। ਸੋ ਵੀ ਗੋ ਲਾਈਕ ਆਰਟੀਕਲ 163 ਦੇ ਵਿੱਚ ਲਿਖਿਆ देयर शैल बी अ काउंसिल ऑफ मिनिस्टर headed by CM to aid and advise the governor who shall duty bound act in accordance with the advice। ਜੇ ਇੱਥੇ ਤੱਕ ਹੀ ਆਰਟੀਕਲ ਰੁਕ ਜਾਂਦਾ ਫਿਰ ਕੋਈ ਰੋਲਾ ਨਹੀਂ ਸੀਗਾ ਕਿਉਂਕਿ ਪ੍ਰੈਜ਼ੀਡੈਂਟ ਦੇ ਵਿੱਚ ਵੀ ਤੁਸੀਂ ਯਾਦ ਹੈ ਇਹ ਸੇਮ ਚੀਜ਼ ਲਿਖੀ ਹੋਈ ਹੈ ਆਰਟੀਕਲ 74 ਦੇ ਵਿੱਚ। ਸੋ ਪ੍ਰੈਜ਼ੀਡੈਂਟ ਪੂਰੀ ਤਰ੍ਹਾਂ
ਆਪਦੇ ਕਾਉਂਸਲ ਆਫ ਮਿਨਿਸਟਰ ਦੇ ਕਹਿਣ ਤੇ ਹੀ ਚੱਲਦਾ ਹੈ। ਜੇ ਇੱਥੇ ਤੱਕ ਗੱਲ ਹੁੰਦੀ ਤਾਂ ਫਿਰ ਗਵਰਨਰ ਦੀ ਵੀ ਉਹੀ ਸਿਚੁਏਸ਼ਨ ਹੁੰਦੀ। ਸੋ ਇੱਕ ਕਾਉਂਸਲ ਆਫ ਮਿਨਿਸਟਰ ਹੋਊਗੀ, ਹੈਡਡ ਬਾय ਸੀਐਮ ਹੋਊਗੀ, ਜਿਹੜੀ ਗਵਰਨਰ ਨੂੰ ਏਡ ਐਂਡ ਐਡਵਾਈਸ ਕਰੂਗੀ ਉਹਦੇ ਕੰਮਾਂ ਦੇ ਵਿੱਚ, ਤੇ ਗਵਰਨਰ ਸ਼ੈਲ ਐਕਟ, ਮੇ ਐਕਟ ਨਹੀਂ ਹੈ, ਸ਼ੈਲ ਐਕਟ ਅਕੋਰਡਿੰਗ ਟੂ ਦਾ ਐਡਵਾਈਸ। ਟੋਟਲੀ ਡਿਊਟੀ ਬਾਉਂਡ ਹੋ ਜਾਂਦਾ, ਬਟ ਨਹੀਂ, ਗਵਰਨਰ ਨੂੰ ਕਨਸਟੀਟਿਊਸ਼ਨਲ ਸਕੀਮ ਦੇ ਵਿੱਚ ਹੀ ਡਿਸਕ੍ਰਿਸ਼ਨ ਪਾਵਰ ਦਿੱਤੀ ਹੋਈ ਹੈ। ਕਿੱਦਾਂ? ਇਹ ਆਰਟੀਕਲ ਕਹਿੰਦਾ ਐਕਸੈਪਟ, ਮਤਲਬ ਆਮ ਤੌਰ ਤੇ ਤਾਂ ਉਸ ਕਾਉਂਸਲ ਆਫ ਮਿਨਿਸਟਰ ਦੇ ਕਹਿਣ ਤੇ ਹੀ ਚੱਲੂਗਾ, ਬਟ ਐਕਸੈਪਟ ਵੇਅਰ ਹੀ ਹੈਜ਼ ਟੂ ਐਕਟ ਇਨ ਹਿਸ ਡਿਸਕ੍ਰਿਸ਼ਨ ਅੰਡਰ ਦਾ ਕਨਸਟੀਟਿਊਸ਼ਨ। ਜੇ ਕਿਤੇ ਕਨਸਟੀਟਿਊਸ਼ਨ ਦੇ ਵਿੱਚ ਉਹਨੂੰ ਡਿਸਕ੍ਰਿਸ਼ਨ ਤੇ ਕੰਮ ਕਰਨ ਦੀ ਇਜਾਜ਼ਤ ਹੈ ਤਾਂ ਉਹ ਡਿਸਕ੍ਰਿਸ਼ਨ ਤੇ ਕੰਮ ਕਰ ਸਕਦਾ, ਫਿਰ ਕਾਉਂਸਲ ਆਫ ਮਿਨਿਸਟਰ ਦੀ ਸੁਣਨ ਦੀ ਲੋੜ ਨਹੀਂ। ਬਟ ਸ਼ਬਦਾਂ ਤੇ ਗੌਰ ਕਰੋ, ਜੇ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਲਿਖਿਆ ਹੋਇਆ ਹੈ ਕਿ ਉਹ ਡਿਸਕ੍ਰਿਸ਼ਨ ਤੇ ਕੰਮ ਕਰ ਸਕਦਾ ਹੈ ਤਾਂ ਹੀ ਕੰਮ ਕਰੂਗਾ, ਅਦਰਵਾਈਜ਼ ਨਹੀਂ। ਤੇ ਨਾਲ ਹੀ ਇਹ ਆਰਟੀਕਲ ਇੰਨਾ ਪਾਵਰਫੁਲ ਹੈ, ਇਹ ਕਹਿੰਦਾ ਜੇ ਕਿਤੇ ਡਿਸਪਿਊਟ ਹੋ ਜੇ ਕਿ ਕਿਹੜੀ ਕਨਸਟੀਟਿਊਸ਼ਨ ਦੀ ਪ੍ਰੋਵੀਜ਼ਨ ਤੇ ਉਹ ਡਿਸਕ੍ਰਿਸ਼ਨਰੀ ਕੰਮ ਕਰੂਗਾ ਜਾਂ ਕਾਉਂਸਲ ਆਫ ਮਿਨਿਸਟਰ ਦੇ ਕਹਿਣ ਤੇ ਕੰਮ ਕਰੂਗਾ, ਤਾਂ ਫਿਰ ਖੁਦ ਗਵਰਨਰ ਦਾ ਹੀ ਡਿਸੀਜਨ ਫਾਈਨਲ ਹੋਵੇਗਾ। then he can also make rules for more convenient transaction ਬਿਜ਼ਨਸ ਆਫ ਹਿਸ ਆਫਿਸ। ਹੁਣ ਕਿਹੜੀ ਡਿਸਕ੍ਰਿਸ਼ਨਰੀ ਪਾਵਰ ਹੈ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਗਵਰਨਰ ਸਾਹਿਬ ਨੂੰ ਦਿੱਤੀ ਹੋਈ ਹੈ? ਸੋ ਇੱਕ ਤਾਂ ਇਹ ਕਿ ਉਹ ਆਪਦੇ ਆਫਿਸ ਦੇ ਰੂਲ ਬਣਾ ਸਕਦੇ ਨੇ ਤਾਂ ਜੋ ਉਹਨਾਂ ਦਾ ਆਫਿਸ ਸਮੂਥਲੀ ਬਿਜ਼ਨਸ ਨੂੰ ਟ੍ਰਾਂਜੈਕਟ ਕਰ ਸਕੇ। ਬਈ ਕਿਹੜੇ ਵੇਲੇ ਕਿਹੜੀ ਫਾਈਲ ਆਊਗੀ, ਕਦੋਂ ਮੈਂ ਮਿਨਿਸਟਰ ਨੂੰ ਮਿਲੂੰਗਾ, ਕਦੋਂ ਲੋਕਾਂ ਨੂੰ ਮਿਲੂੰਗਾ, ਇਸ ਤਰੀਕੇ ਦੇ ਆਪਦੇ ਆਫਿਸ ਦੇ ਰੂਲ ਆਪ ਬਣਾ ਸਕਦੇ ਨੇ। ਦੈਨ 200 ਆਰਟੀਕਲ ਆਪਾਂ ਗੱਲ ਕੀਤੀ ਹੈ, ਬਿੱਲ ਨੂੰ ਰਿਜ਼ਰਵ ਕਰ ਸਕਦੇ ਨੇ, ਤੇ ਇਹ ਡਿਸਕ੍ਰਿਸ਼ਨਰੀ ਪਾਵਰ ਵਿਚ ਇਜ਼ ਵੈਰੀ ਪਾਵਰਫੁਲ। ਪ੍ਰੈਜ਼ੀਡੈਂਟ ਅਸੈਂਟ ਵਾਸਤੇ ਸਟੇਟ ਦੇ ਬਿੱਲ ਨੂੰ ਰਿਜ਼ਰਵ ਕਰਨਾ। ਤੇ ਇੱਕ ਔਰ ਡਿਸਕ੍ਰਿਸ਼ਨਰੀ ਪਾਵਰ ਆਉਂਦੀ ਹੈ ਆਰਟੀਕਲ 356 ਹੇਠ, ਇਹ ਹੈ ਪ੍ਰੈਜ਼ੀਡੈਂਟ ਰੂਲ ਨਾਲ ਜੁੜਿਆ ਹੋਇਆ। ਜਦੋਂ ਆਪਾਂ ਇਮਰਜੈਂਸੀਜ਼ ਪੜਾਂਗੇ ਤਾਂ ਆਪਾਂ ਦੇਖਾਂਗੇ ਪ੍ਰੈਜ਼ੀਡੈਂਟ ਰੂਲ ਜਦੋਂ ਸਟੇਟ 'ਚ ਇੰਪੋਜ਼ ਹੁੰਦਾ ਹੈ ਤਾਂ ਉੱਥੇ ਲਿਖਿਆ ਹੈ ਔਨ ਦਾ ਰਿਪੋਰਟ ਆਫ ਗਵਰਨਰ ਔਰ ਅਦਰਵਾਈਜ਼। ਇਹਦਾ ਮਤਲਬ ਗਵਰਨਰ ਸੈਂਟਰ ਸਰਕਾਰ ਨੂੰ ਰਿਪੋਰਟ ਭੇਜ ਸਕਦਾ ਹੈ ਕਿ ਸਟੇਟ ਦੇ ਵਿੱਚ ਕਨਸਟੀਟਿਊਸ਼ਨਲ ਮਸ਼ੀਨਰੀ ਫੇਲ ਹੋ ਚੁੱਕੀ ਹੈ ਤੇ ਇੱਥੇ ਪ੍ਰੈਜ਼ੀਡੈਂਟ ਰੂਲ ਇੰਪੋਜ਼ ਕਰ ਦਿੱਤਾ ਜਾਵੇ। ਸੋ ਇਹ ਜਿਹੜੀ ਰਿਪੋਰਟ ਗਵਰਨਰ ਸਾਹਿਬ ਤਿਆਰ ਕਰਦੇ ਨੇ, ਇਹ ਕਾਉਂਸਲ ਆਫ ਮਿਨਿਸਟਰ ਦੇ ਕਹਿਣ ਤੇ ਤਿਆਰ ਨਹੀਂ ਕਰਨਗੇ। ਕਾਉਂਸਲ ਆਫ ਮਿਨਿਸਟਰ ਕਾਹਤੋਂ ਕਹਿਣਗੇ ਕਿ ਪ੍ਰੈਜ਼ੀਡੈਂਟ ਰੂਲ ਲਾ ਦਿਓ? ਸੋ ਇਹ ਰਿਪੋਰਟ ਡਿਸਕ੍ਰਿਸ਼ਨ ਤੇ ਤਿਆਰ ਕਰਦੇ ਨੇ। that means governor may invite central government to impose president rule in the state on his discretion। ਇਹ ਕਨਸਟੀਟਿਊਸ਼ਨਲ ਪਾਵਰਸ ਹੈ। ਹੁਣ ਕਨਸਟੀਟਿਊਸ਼ਨ ਤੋਂ ਅਲੱਗ ਵੀ ਕੁਝ ਚੀਜ਼ਾਂ ਨੇ ਜੋ ਡਿਵੈਲਪ ਹੋਈਆਂ ਓਵਰ ਦਾ ਟਾਈਮ, ਜੋ ਗਵਰਨਰ ਸਾਹਿਬ ਡਿਸਕ੍ਰਿਸ਼ਨ ਤੇ ਕਰਦੇ ਨੇ। ਕਿਦਾਂ? ਇੱਕ ਹੈ ਜੀ, ਇੱਕ ਕਨਵੈਨਸ਼ਨ ਹੈ, ਪ੍ਰੈਕਟਿਸ ਹੈ ਕਿ ਹਰ 15 ਦਿਨਾਂ ਮਗਰੋਂ ਗਵਰਨਰ ਸਾਹਿਬ ਇੱਕ ਰਿਪੋਰਟ ਭੇਜਦੇ ਸੈਂਟਰ ਨੂੰ। ਹਰ ਸਟੇਟ ਦਾ ਗਵਰਨਰ ਭੇਜਦਾ, ਕਿਹਦੇ ਬਾਰੇ? ਕਿ ਰਾਜ ਦੇ ਵਿੱਚ ਐਡਮਿਨਿਸਟ੍ਰੇਸ਼ਨ ਕਿੱਦਾਂ ਚੱਲ ਰਿਹਾ ਹੈ। ਸੋ ਇਹਦੀ ਰਿਪੋਰਟ ਲਗਾਤਾਰ ਸੈਂਟਰ ਨੂੰ ਜਾਂਦੀ ਰਹਿੰਦੀ ਹੈ। ਦੇਖੋ ਇਹ ਮੈਕੈਨਿਜ਼ਮ ਤਾਂ ਹੈ ਕਿਉਂਕਿ ਇੰਨਾ ਵੱਡਾ ਮੁਲਕ ਸਾਹਮਣਾ ਸੌਖਾ ਕੰਮ ਨਹੀਂ ਹੈ। ਸੈਂਟਰ ਸਰਕਾਰ ਦਿੱਲੀ 'ਚ ਬਹਿ ਕੇ ਕਿਵੇਂ ਸਾਰੇ ਰਾਜਾਂ ਤੇ ਨਿਗਾਹ ਰੱਖੇ, ਤਾਂ ਉਹਦੇ ਵਾਸਤੇ ਗਵਰਨਰ ਦਾ ਆਫਿਸ ਯੂਜ਼ ਕੀਤਾ ਜਾਂਦਾ। ਹਰ 15 ਦਿਨਾਂ ਮਗਰੋਂ ਹਰ ਸਟੇਟ ਦਾ ਗਵਰਨਰ ਇੱਕ ਰਿਪੋਰਟ ਭੇਜਦਾ ਹੈ ਕਿ ਰਾਜ ਦੇ ਵਿੱਚ ਐਡਮਿਨਿਸਟ੍ਰੇਸ਼ਨ ਇੱਦਾਂ ਚੱਲ ਰਿਹਾ ਹੈ। ਸੈਂਟਰ ਸਰਕਾਰ ਨੂੰ ਰਿਪੋਰਟਿੰਗ ਲਗਾਤਾਰ ਹੁੰਦੀ ਰਹਿੰਦੀ ਹੈ ਤੇ ਇਹ ਰਿਪੋਰਟ ਡਿਸਕ੍ਰਿਸ਼ਨ ਤੇ ਲਿਖੀ ਜਾਂਦੀ ਹੈ, ਕਾਉਂਸਲ ਆਫ ਮਿਨਿਸਟਰ ਦੇ ਕਹਿਣ ਤੇ ਨਹੀਂ ਲਿਖੀ ਜਾਂਦੀ। then he may also, ਇਹ ਆਪਾਂ ਗੱਲ ਕਰ ਚੁੱਕੇ ਹਾਂ ਕਿ ਸੀਐਮ ਤੋਂ ਇਹ ਕਹਿ ਸਕਦਾ ਹੈ ਕਿ ਬਈ ਮੈਨੂੰ ਰਿਪੋਰਟ ਕਰੋ ਐਡਮਿਨਿਸਟ੍ਰੇਟਿਵ ਐਕਸ਼ਨਸ ਕੀ ਲੈ ਰਹੇ ਹੋ ਤੇ ਲੈਜਿਸਲੇਟਿਵ ਪ੍ਰਪੋਜ਼ਲਸ ਕੀ ਨੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ, ਕਿਹੜੇ ਕਾਨੂੰਨ ਬਣਾਉਣਾ ਚਾਹੁੰਦੇ ਹੋ। ਇਸ ਤਰੀਕੇ ਨਾਲ ਉਹ ਰਾਈਟ ਟੂ ਬੀ ਇਨਫੋਰਮਡ ਇੰਜੋਏ ਕਰਦਾਗਾ। ਹੁਣ ਇਹ ਸਾਰੀ ਸਕੀਮ ਦੇ ਵਿੱਚ ਆਪਾਂ ਸਮਝ ਚੁੱਕੇ ਹਾਂ ਕਿ ਗਵਰਨਰ ਕੋਲੇ ਡਿਸਕ੍ਰਿਸ਼ਨ ਪਾਵਰ ਜਿਹੜੀਆਂ ਨੇ ਉਹ ਬਹੁਤ ਲਿਮਿਟਿਡ ਨੇ। ਤੇ ਹਾਲ ਫਿਲਹਾਲ ਦੇ ਵਿੱਚ ਜਿਹੜੇ ਦੋ ਸਟਰੀਮ ਦੇ ਵਿੱਚ ਰੌਲਾ ਪਿਆ ਗਵਰਨਰ ਦੀ ਸਿਚੁਏਸ਼ਨ ਦਾ, ਇੱਕ ਮੇਜਰਲੀ ਕੇਰਲ 'ਚ ਤੇ ਇੱਕ ਪੰਜਾਬ 'ਚ। ਕੇਰਲ ਦੇ ਗਵਰਨਰ ਸਾਹਿਬ ਮਿਸਟਰ ਆਰਿਫ ਮੁਹੰਮਦ ਖਾਨ ਸਾਹਿਬ ਨੇ ਸੀਐਮ ਨੂੰ ਲੈਟਰ ਇਸ਼ੂ ਕੀਤਾ ਤੇ ਕਿਹਾ ਬਈ ਤੁਹਾਡਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਇਹਨੇ ਗਵਰਨਰ ਦੇ ਪਦ ਦੀ ਗਰਿਮਾ ਦਾ ਉਲੰਘਣ ਕੀਤਾ ਤੇ ਫਿਰ ਇਸ ਫਾਈਨੈਂਸ ਮਿਨਿਸਟਰ ਨੂੰ ਕੱਢ ਦੋ, ਨਹੀਂ ਤਾਂ ਮੇਰੇ ਕੋਲ ਪਾਵਰ ਹੈ that ਕਿਉਂਕਿ ਮਿਨਿਸਟਰ remains in the office during the pleasure of the governor, ਨਹੀਂ ਤਾਂ ਮੈਂ ਕੱਢ ਦੂੰਗਾ। ਸੋ ਇੱਕ ਲੈਟਰ ਇਹ। ਸੋ ਸਾਡੇ ਕੋਲੇ ਸਵਾਲ ਇੱਕ ਇਹ ਆਉਂਦਾ, ਕਿਆ ਗਵਰਨਰ ਆਪ ਦੀ ਡਿਸਕ੍ਰਿਸ਼ਨਰੀ ਪਾਵਰ ਦਾ ਇਸਤੇਮਾਲ ਕਰਦਿਆਂ ਕਿਸੇ ਮਿਨਿਸਟਰ ਨੂੰ ਪੋਸਟ ਤੋਂ ਕੱਢ ਸਕਦਾ ਬਿਨਾਂ ਸੀਐਮ ਦੀ ਸਲਾਹ ਤੇ? ਪਹਿਲਾ ਕੁਐਸਚਨ। ਦੂਜਾ ਜਿਹੜਾ ਰੌਲਾ ਪਿਆ ਪੰਜਾਬ ਦੇ ਵਿੱਚ। ਸੋ ਪੰਜਾਬ ਦੇ ਗਵਰਨਰ ਮਿਸਟਰ ਬਨਵਾਰੀ ਲਾਲ ਪੁਰੋਹਿਤ ਸਾਹਿਬ ਨੇ ਸੀਐਮ ਸਾਹਿਬ ਨੂੰ ਇੱਕ ਚਿੱਠੀ ਲਿਖੀ ਜਿਹਦੇ ਵਿੱਚ ਕਿਹਾ ਕਿ ਪੀਯੂ ਦੇ
ਜਿਹੜੇ VC ਤੁਸੀਂ ਅਪਾਇੰਟ ਕੀਤੇ ਨੇ ਇਹ ਇਲੀਗਲ ਅਪਾਇੰਟਮੈਂਟ ਹੈ ਤੇ ਇਹਨਾਂ ਨੂੰ ਹਟਾਓ। ਇਸ ਤੋਂ ਪਹਿਲਾਂ ਵੀ ਬਾਬਾ ਫਰੀਦ ਯੂਨੀਵਰਸਿਟੀ ਦੇ ਜਦੋਂ VC ਦੀ ਅਪਾਇੰਟਮੈਂਟ ਦੀ ਗੱਲ ਆਈ ਸੀਗੀ ਤਾਂ ਜਿਹੜਾ ਨਾਮ ਭੇਜਿਆ ਸੀ ਸਰਕਾਰ ਨੇ ਉਸ ਤੇ ਸਾਈਨ ਕਰਨ ਤੋਂ ਮਨਾ ਕਰਤਾ ਸੀਗਾ ਗਵਰਨਰ ਸਾਹਿਬ ਨੇ। ਬਟ ਇਹ ਦੋ ਕੁਐਸਚਨ ਚਲੋ ਕਿ ਕਿਆ VC ਜਿਹੜੇ ਅਪਾਇੰਟ ਹੁੰਦੇ ਨੇ ਉੱਥੇ ਜੋ ਗਵਰਨਰ ਸਾਹਿਬ ਨੇ, ਕਿਉਂਕਿ ਇਹ ਐਕਸ ਆਫੀਸ਼ੀਓ ਚਾਂਸਲਰ ਵੀ ਨੇ ਸਟੇਟ ਯੂਨੀਵਰਸਿਟੀਜ਼ ਦੇ, ਤਾਂ ਕਿ ਆਪ ਦੀ ਮਰਜ਼ੀ ਨਾਲ VC ਅਪਾਇੰਟ ਕਰਨਗੇ ਜਾਂ ਸਰਕਾਰ ਦੇ ਕਹਿਣ ਤੇ ਕਰਨਗੇ। ਦੋ ਸਵਾਲ ਆ ਗਏ ਆਪਣੇ ਕੋਲੇ। ਓਕੇ, ਪਹਿਲੇ ਸਵਾਲ ਦਾ ਜਵਾਬ ਕੀ ਹੈ ਕਿ ਕਿਆ ਮਿਨਿਸਟਰ ਨੂੰ ਹਟਾਇਆ ਜਾ ਸਕਦਾ ਹੈ ਡਿਸਕ੍ਰਿਸ਼ਨਰੀ ਪਾਵਰ ਆਫ ਗਵਰਨਰ ਹੇਠਾਂ? ਆਂਸਰ ਇਜ਼ नो, ਐਬਸੋल्यूट नो। ਜਿਹੜਾ आरिफ मोहम्मद खान साहब ने गल कही है कि मैं प्लेजर ऑफ गवर्नर यूज करके हटा दूंगा, ये गलत ने हो। प्लेजर ऑफ गवर्नर इन अपॉइंटमेंट एंड रिमूवल ऑफ मिनिस्टर ए गवर्नर साहब दी पर्सनल प्लेजर नहीं है, ਇਹ ਕਾਉਂਸਲ ਆਫ ਮਿਨਿਸਟਰ ਦੇ ਕਹਿਣ ਤੇ ਹੀ ਚੱਲਣਗੇ। ਕੀ ਕੋਈ ਸਿਚੁਏਸ਼ਨ ਹੈ ਜਿੱਥੇ ਹਟਾਇਆ ਜਾ ਸਕਦਾ ਮਿਨਿਸਟਰ ਨੂੰ? ਸਿਚੁਏਸ਼ਨਲ ਡਿਸਕ੍ਰਿਸ਼ਨ ਜੋ ਕਿਸੇ ਸਿਚੁਏਸ਼ਨ ਕਰਕੇ ਪੈਦਾ ਹੁੰਦੀ ਹੈ। ਸੋ ਇੱਕ ਤਾਂ ਹੈ ਜੀ ਸਿੱਧੀ ਅਪਾਇੰਟਮੈਂਟ ਦੇ ਵਿੱਚ। ਦੇਖੋ ਜਦੋਂ ਇਲੈਕਸ਼ਨ ਹੋਏ ਤਾਂ ਰੂਲ ਤਾਂ ਕਲੀਅਰ ਕੱਟ ਜੋ ਕਨਵੈਨਸ਼ਨ ਹੈ ਸਾਡੀ ਉਹ ਇਹ ਕਹਿੰਦੀ ਹੈ ਕਿ ਜਿਹੜੀ ਵੀ ਪਾਰਟੀ ਜਿੱਤ ਕੇ ਆਊਗੀ ਉਹਦੇ ਜਿਹੜਾ ਰਿਪਰੈਜ਼ੈਂਟੇਟਿਵ ਹੋਊਗਾ ਉਹਦਾ ਲੀਡਰ ਹੋਊਗਾ ਉਹਨੂੰ CM ਲਾਉਣਾਗਾ। ਬਟ ਇਹ ਸਿਚੁਏਸ਼ਨਲ ਡਿਸਕ੍ਰਿਸ਼ਨ ਉਦੋਂ ਆਉਂਦੀ ਹੈ ਜਦੋਂ ਕਲੀਅਰ ਕੱਟ ਰਿਜ਼ਲਟ ਨਾ ਆਵੇ, ਹੰਗ ਅਸੈਂਬਲੀ ਆ ਜਾਏ, ਕੋਈ ਪਾਰਟੀ ਜਿੱਤੀ ਨਹੀਂ, ਤਾਂ ਉਹਦੇ ਵਿੱਚ ਗਵਰਨਰ ਸਾਹਿਬ ਇਹ ਐਕਸਪਲੋਰ ਕਰਦੇ ਨੇ ਕਿ ਕਿਹੜਾ ਲੀਡਰ ਹੈ ਜੋ ਇੱਕ ਸਟੇਬਲ ਗਵਰਨਮੈਂਟ ਦੇ ਸਕਦਾ। ਇਹਦੇ ਵਿੱਚ ਵੀ ਜੇ ਮੈਂ ਡਿਟੇਲ 'ਚ ਜਾ ਕੇ ਤੁਹਾਨੂੰ ਕਨਵੈਨਸ਼ਨ ਦੱਸਾਂ ਤਾਂ ਰੂਲ ਕਲੀਅਰ ਨੇ, ਹਾਲਾਂਕਿ ਹੈ ਉਹ ਸਭ ਪ੍ਰੈਕਟਿਸ ਬੇਸਡ, ਕਾਨੂੰਨ 'ਚ ਨਹੀਂ ਲਿਖਿਆ ਹੋਇਆ। ਇੰਟਰਸਟਿੰਗਲੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਕਿ PM ਦੀ ਜਾਂ CM ਦੀ ਅਪਾਇੰਟਮੈਂਟ ਕਿੱਦਾਂ ਕਰਨੀ ਹੈ। बस ये है कि प्रेसिडेंट साहब ते गवर्नर साहब करनगे, प्रोसेस मैंशन नहीं है ते पार्लियामेंट्री प्रैक्टिस ते बेस्ड है। सो आपां होने सिचुएशनल चीज ते जदों किसी दी मेजोरिटी नहीं आई, किसी पॉलिटिकल पार्टी दी मेजोरिटी नहीं आई स्टेट दे विच, उस सूरत दे विच प्रैक्टिस ये कहंदी कि गवर्नर साहब इनवाइट करनगे जिहड़ी पार्टी है जिहदे कोल लार्जेस्ट MLA ने, सब तो वध गिणती दे MLA ने, उन्हां नूं इनवाइट करनगे। जे ਉਹ ਸਰਕਾਰ नहीं बना सकते, वो मना कर देंगे ने, तो फिर एक प्री पोल अलायंस नूं सद्दिया जाऊगा। पहला सिंगल पार्टी, फिर इलेक्शन तो पहला होया कोई गठबंधन। जे वो सरकार बना सकते ने वैल एंड गुड, जे वो भी इनकार कर देंगे ने फिर करनगे पोस्ट पोल अलायंस। जो इलेक्शन तो बाद कोई गठबंधन होया उन्होंने इनवाइट करेंगे। जे वो भी सरकार नहीं बना सकते हुण हाइपोथेटिकली ਇੱਥੇ ਆ ਕੇ ਗਵਰਨਰ ਸਾਹਿਬ ਕੋਲੇ ਹੈ ਕਿ ਉਹ ਐਕਸਪਲੋਰ ਕਰਨ, ਲੀਡਰਸ ਨਾਲ ਗੱਲਬਾਤ ਕਰਨ ਕਿ ਕਿਹੜਾ ਲੀਡਰ ਇੱਕ ਸਟੇਬਲ ਗਵਰਨਮੈਂਟ ਦਊਗਾ ਤੇ ਫਿਰ ਉਹਨੂੰ ਇਨਵਾਈਟ ਕਰ ਸਕਦੇ ਨੇ। ਇੱਥੇ ਆ ਕੇ ਡਿਸਕਸ਼ਨ ਹੈ ਉਹਨਾਂ ਕੋਲੇ। ਦੈਨ ਕਮਸ ਹਟਾਉਣ ਦੇ ਮਾਮਲੇ ਦੀ ਗੱਲ ਕਰੀਏ ਕਿ ਜੇ ਹਟਾਉਣਾ ਹੀ ਹਟਾਉਣਾ ਹੈ ਮਿਨਿਸਟਰ ਨੂੰ, ਸੋ ਕਿਸ ਸਿਚੁਏਸ਼ਨ 'ਚ ਹਟਾਇਆ ਜਾ ਸਕਦਾ? ਗਵਰਨਰ ਦੀ ਡਿਸਕ੍ਰਿਸ਼ਨ ਤੇ। ਸਿੰਪਲ ਗੱਲ ਹੈ, ਜਦੋਂ ਕਾਉਂਸਲ ਆਫ ਮਿਨਿਸਟਰ ਹਾਊਸ ਦੇ ਵਿੱਚ ਮੈਜੋਰਿਟੀ ਲੂਜ਼ ਕਰ ਜਾਣਾ। सो जदों तक मेजोरिटी इंजॉय कर रही है रूलिंग पार्टी इन द लेजिस्लेटिव असेंबली, उदों तक CM या मिनिस्टर नूं गवर्नर साहब डिस्क्रिशन ते नहीं हटा सकते। सो पहला केस क्लीयर, आरिफ मोहम्मद साहब नहीं कर सकते। हुण आउंदे जी दूजे केस ते जिहड़ा पंजाब दे विच होया सी बनवारी लाल पुरोहित और VC बारे। हुण इत्थों एक फैक्ट तां अपना क्लीयर है दैट गवर्नर इज एक्स ऑफिशियो चांसलर ऑफ स्टेट यूनिवर्सिटीज़। हालांकि इत्थे भी दो राय है, मेजोरिटी ऑफ केसेस दे विच जिहड़े गवर्नर ने वो चांसलर हुंदे ने, बट बहुत सारे यूनिवर्सिटीज़ दे एक्ट गवर्नर तो ये अहुदा भी खो रहे ने। अच्छा, इस तो पहला एक इहो जिहा केस अगेन केरल दे विच हो चुकिया। आरिफ मोहम्मद खान साहब ने केरला दी 8 ਵੱਖ यूनिवर्सिटी नूं ਜਿਹੜੇ ਉੱਥੇ VC ਵਗੈਰਾ ਲਾਏ ਗਏ ਸੀਗੇ ਤੇ ਉੱਥੇ VC ਔਰ VC ਦੇ ਵਿੱਚ ਵੀ ਕਾਫੀ ਅਪਾਇੰਟਮੈਂਟਸ ਔਰ ਵੀ ਸੀਗੀਆਂ ਤੇ VC ਦੇ 8 ਯੂਨੀਵਰਸਿਟੀ ਦੇ VCs ਨੂੰ ਲੈਟਰ ਇਸ਼ੂ ਕੀਤਾ ਸੀਗਾ ਕਿ ਕਾਰਨ ਦੱਸੋ ਨੋਟਿਸ ਕਿ ਫਲਾਂ ਅਪਾਇੰਟਮੈਂਟ ਕਿਵੇਂ ਹੋਈ, ਮੈਨੂੰ ਕਾਰਨ ਦੱਸੋ। ਸੋ ਅਥਾਰਟੀ ਖੁਦ ਲੈਣ ਦੀ ਕੋਸ਼ਿਸ਼ ਹੈ। ਤੇ ਪੰਜਾਬ ਦੇ ਵਿੱਚ ਆਪਾਂ ਜਾਣਦੇ ਹਾਂ ਬਾਬਾ ਫਰੀਦ ਦੀ ਆਪਾਂ ਗੱਲ ਕੀਤੀ ਆ, PUA ਦੇ VC ਦੀ। ਸੋ ਇਹ ਮਸਲਾ ਲੀਗੈਲਿਟੀ ਚ ਉਲਝਿਆ ਹੋਇਆ ਹੈਗਾ। ਇਹ ਹਾਲਾਂਕਿ ਪੋਲੀਟੀਕਲ ਵਾਰ ਹੈ। ਤੁਸੀਂ ਇਹ ਦੇਖ ਰਹੇ ਹੋ ਕਿ ਗਵਰਨਰ ਇਹੋ ਜਿਹੀ ਪਾਵਰ ਉੱਥੇ ਹੀ ਯੂਜ਼ ਕਰਨ ਦੀ ਗੱਲ ਕਰ ਰਿਹਾ ਜਿੱਥੇ ਅਪੋਜੀਸ਼ਨ ਰੂਲਡ ਪਾਰਟੀਜ਼ ਨੇ, ਪੰਜਾਬ ਆਮ ਆਦਮੀ ਪਾਰਟੀ ਤੇ ਸੈਂਟਰ 'ਚ BJP। ਸੋ ਵਾਟ ਵੀ ਕਨਕਲੂਡ ਹੇਅਰ, द थिंग इज दिस कि ਇਹ ਪੋਲੀਟੀਕਲ ਬੈਟਲ ਹੈ, ਬਟ ਇਹ ਵਾਲਾ ਪੁਆਇੰਟ VC ਦੀ ਅਪਾਇੰਟਮੈਂਟ ਵਾਲਾ ਪੁਆਇੰਟ ਉਲਝਿਆ ਹੈ ਲੀਗਲ ਦਾ ਪੇਜ ਦੇ ਵਿੱਚ। ਸੋ ਬੇਸਿਕਲੀ ਜੋ ਪੰਜਾਬ ਦੇ ਗਵਰਨਰ ਨੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੀ ਅਪਾਇੰਟਮੈਂਟਸ ਜਿਨ੍ਹਾਂ ਤੇ ਉਹ ਕੁਐਸਚਨ 'ਚ
ਉਠਾ ਰਹੇ ਨੇ ਉਹਦੇ 'ਚ UGC ਦੇ ਨੋਰਮ ਨਹੀਂ ਫੋਲੋ ਹੋਏ ਤਾਂ ਉਹ ਕਹਿੰਦੇ ਇਲੀਗਲ ਹੈ। ਤੇ ਇਲੀਗਲ ਚੀਜ਼ ਨੂੰ ਹਾਈਲਾਈਟ ਕਰਨਾ ਤਾਂ ਗਵਰਨਰ ਦੀ ਡਿਊਟੀ ਹੈ। ਉੱਤੋਂ ਪੰਜਾਬ ਸਰਕਾਰ ਇਹ ਕਹਿੰਦੀ ਕਿ ਸਾਰੇ ਰੂਲਸ ਫੋਲੋ ਹੋਏ ਨੇ। ਜਿਵੇਂ ਇੱਕ ਰੂਲ ਇਹ ਸੀਗਾ UGC ਦਾ ਕੀ ਰੋਲ ਹੈ? UGC ਸਟੈਂਡਰਡ ਸੈੱਟ ਕਰਨ ਦੇ ਕੰਮ ਕਰਦੀ ਹੈ ਕਿ ਕਿਹੜੀ ਯੂਨੀਵਰਸਿਟੀ 'ਚ ਕਿਹੜੀ ਅਪਾਇੰਟਮੈਂਟ ਵਾਸਤੇ ਕੀ ਐਕਸਪੀਰੀਅੰਸ ਚਾਹੀਦਾ ਐਂਡ ਆਲ ਦੈਟ ਥਿੰਗ। ਸੋ ਇੱਕ UGC ਦਾ ਨਾਮ ਇਹ ਸੀਗਾ ਕਿ ਇੱਕ ਸਿਲੈਕਸ਼ਨ ਪੈਨਲ ਬਣੂਗਾ, ਉਹ 3 ਲੋਕਾਂ ਦਾ ਨਾਮ ਰੈਫਰ ਕਰੂਗਾ, ਫਿਰ ਉਹ ਸਰਕਾਰ ਚੁਣੂਗੀ ਔਰ ਫਿਰ ਇਸ ਤਰੀਕੇ ਨਾਲ ਅਪਾਇੰਟਮੈਂਟ ਹੋਊਗੀ। ਤੇ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਇਹ ਰੂਲ ਨਹੀਂ ਫੋਲੋ ਹੋਏ ਤਾਂ ਇਲੀਗਲ ਹੈ। ਲੀਗਲ ਦਾ ਪੇਜ ਦੀ ਗੱਲ ਸੀ। ਪੰਜਾਬ ਸਰਕਾਰ ਨੇ ਕਲੀਅਰ ਕੀਤਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ। ਪਹਿਲੀ ਗੱਲ ਜਿਹੜੀ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੋ ਇਹ ਸੈਂਟਰਲ ਐਕਟ ਤੋਂ ਨਹੀਂ ਸਟੇਟ ਐਕਟ ਤੋਂ ਗਵਰਨਡ ਹੈ। ਤਾਂ ਸਟੇਟ ਐਕਟ ਦੇ ਵਿੱਚ ਜਿਹੜੀ ਪ੍ਰੋਵੀਜ਼ਨ ਹੈ ਉਹਨਾਂ ਪ੍ਰੋਵੀਜ਼ਨ ਨੂੰ ਲੀਗਲੀ ਫੋਲੋ ਕਰਕੇ ਅਪਾਇੰਟਮੈਂਟ ਹੋਈ ਹੈ। ਸੋ ਕੋਈ ਇਲੀਗੈਲਿਟੀ ਨਹੀਂ। ਉੱਤੋਂ ਜਿਹੜਾ UGC ਦੀ ਗਾਈਡਲਾਈਨ ਹੈ ਅਸੀਂ ਉਹਨੂੰ ਵੀ ਫੋਲੋ ਕੀਤਾਗਾ। ਸੋ ਪੰਜਾਬ ਸਰਕਾਰ ਦਾ ਇਹ ਇਸ਼ੂ ਸੀਗਾ। ਅਲਟੀਮੇਟ ਗੱਲ ਕਿ ਗਵਰਨਰ ਸਾਹਿਬ VC ਦੀ ਅਪਾਇੰਟਮੈਂਟ ਖੁਦ ਕਰ ਸਕਦੇ ਨੇ। ਅਗੇਨ ਆਨਸਰ ਇਜ਼ ਨੋ। ਇਹ ਮੈਟਰ ਜਿਹੜੇ ਸਟੇਟ ਦੇ ਯੂਨੀਵਰਸਿਟੀਜ਼ ਦੇ ਐਕਟ ਹੈ ਉਹਨਾਂ ਤੇ ਡਿਪੈਂਡ ਕਰਦਾ ਹੈ ਔਰ ਉਹਦੇ ਵਿੱਚ VC ਨੂੰ ਇਸ ਤਰ੍ਹਾਂ ਦੀ ਡਿਸਕ੍ਰਿਸ਼ਨਰੀ ਪਾਵਰ ਨਹੀਂ ਦਿੱਤੀ ਹੋਈ। ਸੋ ਆਈ ਬਿਲੀਵ ਸਾਰੇ ਇਸ਼ੂਜ਼ ਪੰਜਾਬ ਤੋਂ ਲੈ ਕੇ ਕੇਰਲ ਤੱਕ ਦੇ ਮਿਨਿਸਟਰ ਨੂੰ ਹਟਾਉਣ ਦੇ VC ਵਾਲੇ ਆਲ ਕਲੀਅਰ ਐਂਪਲੀ। ਅੱਛਾ ਮੈਂ ਇੱਕ ਗੱਲ ਹੋਰ ਕਲੀਅਰ ਕਰਦਾ। ਹੁਣ ਅਖਬਾਰ ਛਾਇਆ ਰਿਹਾ ਤੇ ਆਪਾਂ ਨੂੰ ਲੱਗਦਾ ਕਿ ਗਵਰਨਰ ਟੌਪਿਕ ਬਹੁਤ ਇੰਪੋਰਟੈਂਟ ਹੈ ਆਪਣੇ ਐਗਜ਼ਾਮ ਪਰਪਸ ਤੋਂ। ਬੇਸ਼ੱਕ ਹੈ ਬਟ ਤੁਸੀਂ ਇਹ ਉਮੀਦ ਨਾ ਕਰਿਓ ਕਿ ਕੁਐਸਚਨ ਇਹ ਆਊਗਾ ਕਿ ਬਨਵਾਰੀ ਲਾਲ ਪੁਰੋਹਿਤ ਨੇ ਉਹ VC ਕਿਉਂ ਹਟਾਇਆ। ਇਸ ਤਰੀਕੇ ਨਾਲ ਉਹ ਨਹੀਂ ਪੁੱਛਣ ਵਾਲੇ। ਹੋ ਸਕਦਾ ਹੈ ਇਸ ਦੀ ਪਾਵਰ ਜੋ ਆਪਾਂ ਹੁਣੇ ਡਿਸਕਸ ਕੀਤਾ ਇੱਥੇ ਕੁਐਸਚਨ ਹੋਵੇ ਤੇ ਇੱਕ ਗੇਮ ਹੋਰ ਪਲੇ ਕਰਦੇ ਹਾਂ। PPSC ਜਾਂ UPSC ਸਟਾਈਲ ਵੀ ਹੈ ਜਿਹੜਾ ਟੌਪਿਕ ਚਰਚਾ ਦੇ ਵਿੱਚ ਬਾਹਲਾ ਆ ਜਾਏ ਉਹਦੇ ਕਰੰਟ ਅਫੇਅਰ ਨੂੰ ਛੱਡ ਕੇ ਉਹਦੇ ਸਟੈਟਿਕ ਵੱਲ ਹੋ ਲੈਂਦੇ ਨੇ ਕਿ ਗਵਰਨਰ ਬਾਰੇ ਸਾਰੇ ਖਬਰਾਂ ਤਾਂ ਪੜ੍ਹ ਰਹੇ ਨੇ ਕਿ ਗਵਰਨਰ ਦੀ ਪਾਵਰਾਂ ਕਿਤਾਬਾਂ 'ਚੋਂ ਪੜ੍ਹੀਆਂ ਕਿ ਨਹੀਂ ਪੜ੍ਹੀਆਂ। ਤਾਂ ਹੋ ਸਕਦਾ ਹੈ ਔਰ ਹਾਈ ਪ੍ਰੋਬੇਬਿਲਿਟੀ ਹੈ ਕਿ ਇਸ ਟੌਪਿਕ ਨੂੰ ਨਾ ਪੁੱਛ ਕੇ ਜਿਹੜਾ ਆਪਾਂ ਹੁਣ ਤੱਕ ਗਵਰਨਰ ਡਿਸਕਸ ਕੀਤਾ ਉੱਥੋਂ ਕੁਐਸਚਨ ਆ ਜਾਏ। ਬਟ ਯਸ ਗਵਰਨਰ ਬਹੁਤ ਇੰਪੋਰਟੈਂਟ ਟੌਪਿਕ ਹੈ ਸਾਡੇ ਐਗਜ਼ਾਮ ਪਰਪਸ ਲਈ।